ਗੈਂਗਸਟਰ ਪਹਿਲਾਂ ਵੀ ਇੰਨੇ ਹੀ ਸਰਗਰਮ ਸੀ, ਪਰ ਹੁਣ ਭਗਵੰਤ ਮਾਨ ਸਾਹਿਬ ਨੇ ਇੱਕ ਆਪਣਾ ਵੱਖਰਾ ਵਿੰਗ ਬਣਾਇਆ ਗੈਂਗਸਟਰ ਦੇ ਨਾਲ ਨਿਪਟਣ ਦਾ। ਨਵੀਂ ਬਣੀ ਸਰਕਾਰ ਵਾਸਤੇ ਇਹ ਇੱਕ ਚੈਲੰਜ ਹੈ ਕਿ ਇਹਨਾਂ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਮੋਨੋਪਲੀ ਆ ਉਹਨੂੰ ਕਿਵੇਂ ਤੋੜਨਾ। ਇਹ ਇੱਕ ਕਿਸਮ ਦਾ ਜਿਹੜਾ ਐਜੂਕੇਸ਼ਨ ਮਾਫੀਆ ਬਣਾ ਰੱਖਿਆ ਕਿ ਵੀ ਲੋਕਾਂ ਦੀ ਲੁੱਟ ਖਸੁੱਟ ਦਾ। ਜਿੰਨਾ ਫਿਕਰ ਭਗਵੰਤ ਮਾਨ ਸਾਹਿਬ ਨੂੰ ਆ ਪੰਜਾਬ ਦੇ ਬਾਰੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੂੰ ਨਹੀਂ ਹੋ ਸਕਦਾ। MLA ਕੋਈ ਛੋਟੀ ਤਾਕਤ ਨਹੀਂ ਹੈ ਜੀ, ਬਹੁਤ ਵੱਡੀ ਤਾਕਤ ਆ। ਜੇ ਸਿਰਫ ਮਨ ਦੇ ਵਿੱਚ ਸੇਵਾ ਆ ਤੇ ਇਹ ਬਹੁਤ ਵੱਡੀ ਸਾਡੇ ਕੋਲ ਅਹੁਦਾ ਆ। ਇਹਦੇ ਵਿੱਚ ਜਿੰਨੀ ਮਰਜ਼ੀ ਸੇਵਾ ਆਪਾਂ ਕਰ ਸਕਦੇ ਹਾਂ। ਜੇ ਤਾਂ ਤੁਸੀਂ ਇੱਕ ਦਾ ਕੰਮ ਕਰਵਾ ਕੇ ਦੂਸਰੇ ਦੇ ਖਿਲਾਫ ਪਰਚਾ ਦਰਜ ਕਰਾਉਣਾ ਤਾਂ ਉਸੇ ਵੇਲੇ ਹੋ ਜਾਊਗਾ ਜੀ। ਮੈਂ ਆਪਣੇ ਇਸ ਨਵੀਂ ਸਰਕਾਰ ਨਵੇਂ ਯੁੱਗ ਦੇ ਵਿੱਚ ਇੱਕ ਫੈਸਲਾ ਕੀਤਾ ਹੋਇਆ ਕਿ ਪਰਚੇ ਨਹੀਂ ਕਰਵਾਉਣੇ। ਮੇਰੇ ਹਲਕੇ ਦੇ ਵਿੱਚ ਇੱਕ ਵੀ ਖਬਰ ਜਿਹੜੀ ਆ ਉਹ 25 ਦਿਨਾਂ 'ਚ ਮੇਰੇ ਕੋਲ ਨਹੀਂ ਪਹੁੰਚੀ ਕਿ ਸਾਡੇ ਕੋਲੋਂ ਪੈਸੇ ਲੈ ਲਏ। ਜਿਹੜੀ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਆਫਰ ਕਰੇ ਤਾਂ ਉਹਨੂੰ ਮਤਲਬ ਦਰਕਨਾਰ ਕੀਤਾ ਜਾਂਦਾ। ਤੇ ਜੇ ਆਪਣਾ ਨਿੱਜੀ ਚੈਨਲ ਜਿਹੜਾ ਬਾਦਲ ਸਾਹਿਬ ਉਹਨਾਂ ਨੇ ਦਿੱਤਾ ਹੋਇਆ ਸੀ ਉਹ ਉਹਨਾਂ ਨੂੰ ਮਨਜ਼ੂਰ ਆ। ਉਹ ਸਾਰਾ ਢਾਂਚਾ ਸ਼੍ਰੋਮਣੀ ਕਮੇਟੀ ਦਾ, ਦਰਬਾਰ ਸਾਹਿਬ ਦਾ ਕਿਸ ਕਦਰ ਉਹਨਾਂ ਲੋਕਾਂ ਦੀ ਗ੍ਰਿਫਤ ਦੇ ਵਿੱਚ ਆ ਜਿਨ੍ਹਾਂ ਨੂੰ ਲੋਕਾਂ ਨੇ ਨਾ ਕਿੱਦਾਂ ਜਿੱਦਾਂ ਕਹਿੰਦੇ ਹੁੰਦੇ ਨਾ ਮੱਖਣ ਦੇ ਵਿੱਚੋਂ ਵਾਲ ਵਾਂਗ ਕੱਢ ਕੇ ਸੁੱਟਿਆ ਜੀ। ਔਰ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਉਹਨਾਂ ਨੂੰ। ਕਿੱਡਾ ਵੱਡਾ ਸੁਨੇਹਾ ਸੀ ਇਹ, ਕਿੱਡੀ ਵੱਡੀ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਆਪਣੇ ਮਾਨਯੋਗ CM ਸਾਹਿਬ ਨੇ ਇਹ ਆਫਰ ਕੀਤੀ ਸੀ। ਇਹ ਸਰਕਾਰ ਦੀ ਆਫਰ ਸੀ, ਉਹਨਾਂ ਨੂੰ ਐਕਸੈਪਟ ਕਰਨੀ ਚਾਹੀਦੀ ਸੀ। ਪੰਜਾਬੀ ਨੈਸ਼ਨਲ TV ਦੇਖਦੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਨਾਮ ਸਿੰਘ ਬਿਲਗਾ। ਤਾਂ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਬਣਿਆ ਲਗਭਗ 3 ਹਫ਼ਤੇ ਦਾ ਸਮਾਂ ਹੋ ਗਿਆ। ਸਰਕਾਰ ਵੱਲੋਂ ਪਹਿਲੇ ਦਿਨਾਂ ਵਿੱਚ ਹੀ ਵੱਡੇ ਫੈਸਲੇ ਲਏ ਗਏ ਨੇ ਤੇ ਵੱਡੇ ਫੈਸਲਿਆਂ ਦੇ ਵਿੱਚ ਜਿੱਥੇ ਐਕਸ਼ਨ ਹੋਇਆ ਤੇ ਉੱਥੇ ਕੋਈ ਨਾ ਕੋਈ ਰਿਐਕਸ਼ਨ ਵੀ ਹੋਇਆ। 22 ਦਿਨ ਦੇ ਕਾਲ ਦੇ ਵਿੱਚ 29 ਲੋਕਾਂ ਦੀ ਵੱਖ-ਵੱਖ ਘਟਨਾਵਾਂ ਵਿੱਚ ਮੌਤ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲਈ ਚਿੰਤਾ ਦਾ ਵੱਡਾ ਵਿਸ਼ਾ ਬਣਿਆ ਹੋਇਆ। ਤਮਾਮ ਗੱਲਾਂ ਬਾਤਾਂ ਕਰਾਂਗੇ ਹਲਕਾ ਨਕੋਦਰ ਦੀਆਂ। ਸਾਡੇ ਨਾਲ ਨਵੇਂ ਜਿੱਤੇ ਹੋਏ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਮੌਜੂਦ ਆ, ਉਹਨਾਂ ਨਾਲ ਸਾਰੀਆਂ ਕਰਾਂਗੇ ਗੱਲਾਂ ਬਾਤਾਂ। ਬੀਬੀ ਜੀ ਨਿੱਘਾ ਜੀ ਆਇਆ ਜੀ। ਬਹੁਤ ਧੰਨਵਾਦ ਜੀ ਪੰਜਾਬੀ ਨੈਸ਼ਨਲ TV ਦਾ ਕਿ ਤੁਸੀਂ ਪੰਜਾਬ ਦੀ ਚਿੰਤਾ ਤੇ ਵਧਾਈਆਂ ਲੈ ਕੇ ਆਇਓ। ਤੁਹਾਡਾ ਧੰਨਵਾਦ ਬਹੁਤ ਬਹੁਤ। ਅਦਾਰਾ ਪੰਜਾਬੀ ਨੈਸ਼ਨਲ ਤੁਹਾਨੂੰ ਜੀ ਪਹਿਲਾਂ ਵਧਾਈ ਦਿੰਦਾ ਵੀ ਤੁਸੀਂ ਹਲਕਾ ਨਕੋਦਰ ਤੋਂ ਜਿੱਤ ਪ੍ਰਾਪਤ ਕੀਤੀ ਆ। ਜੇ ਆਪਾਂ ਗੱਲਬਾਤ ਕਰੀਏ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਤਾਂ ਆਉਂਦਿਆਂ ਹੀ ਤਾਬੜ ਤੋੜ ਫੈਸਲੇ ਲਏ ਗਏ, ਚਾਹੇ ਚੰਡੀਗੜ੍ਹ ਨੂੰ ਆਪਣੇ ਹੱਕ ਦੇ ਵਿੱਚ ਰੱਖਣ ਲਈ ਵਿਧਾਨ ਸਭਾ 'ਚ ਮਤਾ ਪਾਸ ਕਰਨਾ ਹੋਵੇ, ਚਾਹੇ ਡਾਕਟਰ BR ਅੰਬੇਦਕਰ ਸਾਹਿਬ ਦੀ ਤਾਂ ਸ਼ਹੀਦ ਭਗਤ ਸਿੰਘ ਦੀ ਫੋਟੋ ਦਫ਼ਤਰਾਂ ਵਿੱਚ ਲੱਗਣ ਦੀ ਗੱਲ ਹੋਵੇ, ਚਾਹੇ ਵਿਧਾਨ ਸਭਾ ਦੇ ਵਿੱਚ ਬੁੱਤ ਲੱਗਣ ਦੀ ਗੱਲ ਹੋਵੇ, ਤੇ ਚਾਹੇ ਬਿਜਲੀ ਜਿਹੜੀ 300 ਯੂਨਿਟ ਦੇਣੀ ਆ ਉਹਨੂੰ ਲੈ ਕੇ ਕੁਝ ਫੈਸਲੇ ਲਏ ਗਏ ਨੇ। ਜੇ ਆਪਾਂ ਗੱਲ ਕਰੀਏ ਤਾਂ ਚਿੰਤਾ ਦਾ ਵਿਸ਼ਾ ਜਿਹੜੀ ਗੱਲ ਬਣੀ ਹੋਈ ਆ 22 ਦਿਨ ਦੇ ਵਿੱਚ 19 ਕਤਲ ਹੋ ਜਾਣੇ ਪੰਜਾਬ ਦੇ ਵਿੱਚ। ਵੱਖ-ਵੱਖ ਥਾਵਾਂ 'ਤੇ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ, ਭਾਵੇਂ ਜੀ ਕੁਝ ਨਿੱਜੀ ਵੀ ਸੀਗੀਆਂ, ਪਰ ਉਹ ਲੋਕਾਂ ਦੇ ਵਿੱਚ ਇੱਕ ਗੈਂਗਸਟਰ ਜਿਹੜੇ ਚੱਲ ਰਹੇ, ਗੈਂਗਸਟਰ ਚੱਲ ਰਹੇ, ਉਹਨਾਂ ਦੀ ਜਿਹੜੀ ਲੋਕਾਂ ਵਿੱਚ ਦਹਿਸ਼ਤ ਬੜੀ ਆ। ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੀ ਕਿ ਜਦੋਂ ਸਰਕਾਰਾਂ ਬਦਲਦੀਆਂ ਜੀ ਤੇ ਕੁਛ ਨਾ ਕੁਛ ਰਿਐਕਸ਼ਨ ਇਹੋ ਜਿਹੇ ਆਉਂਦੇ ਨੇ। ਕੁਛ ਸਿਆਸੀ ਗੱਲਾਂ ਹੁੰਦੀਆਂ, ਕੁਛ ਪੁਖਲਾਹਟ ਹੁੰਦੀ ਆ, ਕੁਛ ਵਰਕਰ ਹੀ ਇੰਨੇ ਆਪਸ ਵਿੱਚ ਉਹਨਾਂ ਦੀਆਂ ਰੰਜਿਸ਼ਾਂ ਹੁੰਦੀਆਂ ਕਿ ਉਹ ਇਸ ਸਮੇਂ ਦਾ ਫਾਇਦਾ ਉਠਾਉਂਦੇ ਨੇ। ਔਰ ਰਹੀ ਗੱਲ ਗੈਂਗਸਟਰ ਦੀ, ਗੈਂਗਸਟਰ ਪਹਿਲਾਂ ਵੀ ਇੰਨੇ ਹੀ ਸਰਗਰਮ ਸੀ, ਪਰ ਹੁਣ ਭਗਵੰਤ ਮਾਨ ਸਾਹਿਬ ਨੇ ਇੱਕ ਆਪਣਾ ਵੱਖਰਾ ਵਿੰਗ ਬਣਾਇਆ ਗੈਂਗਸਟਰ ਦੇ ਨਾਲ ਨਿਪਟਣ ਦਾ। ਮੇਰੇ ਆਪਣੇ ਹਲਕੇ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਦਾ ਦੁਖਦਾਇਕ ਮਰਡਰ ਹੋਇਆ। ਬਹੁਤ ਦੁੱਖ ਹੈ ਇਸ ਗੱਲ ਦਾ ਕਿ ਇੱਕ ਸਿਤਾਰਾ ਪੰਜਾਬ ਦਾ, ਜਿਹੜਾ ਪੰਜਾਬ ਦਾ ਕੀ ਦੇਸ਼ ਦੁਨੀਆ ਦਾ ਉਹ ਸਿਤਾਰਾ ਸੀ, ਜਿਹੜਾ ਸਾਡੇ ਤੋਂ ਵਿਛੜ ਗਿਆ। ਔਰ ਤੁਸੀਂ ਇਹ ਵੀ ਨਾਲ ਦੀ ਨਾਲ ਦੇਖੋ ਕਿ ਇਸ ਬਲਾਈਂਡ ਕਤਲ ਦਾ 24 ਘੰਟਿਆਂ ਦੇ ਵਿੱਚ ਪਤਾ ਲਗਾ ਲਿਆ ਗਿਆ ਸੀ, ਹਾਲਾਂਕਿ ਉਸ ਦੀ ਤਫਤੀਸ਼ ਨੂੰ ਬੇਸ਼ੱਕ ਸਮਾਂ ਲੱਗਿਆ ਸੀ। ਔਰ ਜਿਹੜੇ ਕਤਲ ਹੁੰਦੇ ਨੇ ਇਹ ਸਿਆਸੀ ਰੰਜਿਸ਼ਾਂ ਔਰ ਬਦਲੀ ਸਿਆਸੀ ਫਿਜ਼ਾ ਔਰ ਰਵਾਇਤੀ ਪਾਰਟੀਆਂ ਜਿਹੜੀਆਂ ਦੋਨੋਂ ਹੀ ਸੱਤਾ ਤੋਂ ਬਾਹਰ ਹੋਈਆਂ ਉਹਦੇ ਰਿਐਕਸ਼ਨ ਨੇ ਔਰ ਹਮੇਸ਼ਾ ਹੁੰਦੇ ਆਏ ਆ। ਇਹਦੇ 'ਤੇ ਪੂਰੀ ਨਕੇਲ ਕਸਣ ਦਾ ਭਗਵੰਤ ਮਾਨ ਸਾਹਿਬ ਨੇ ਪ੍ਰਬੰਧ ਵੀ ਕੀਤਾ ਔਰ ਤੁਸੀਂ ਇਹਨਾਂ ਦਿਨਾਂ 'ਚ ਦੇਖ ਵੀ ਰਹੇ ਹੋ ਕਿ ਕੁਛ ਨਾ ਕੁਛ ਫਰਕ ਨਜ਼ਰ ਆ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ
ਸ਼ਾਂਤਮਈ ਹੋਏਗਾ ਮਾਹੌਲ। ਸਾਡੀ ਇਹੀ ਕਾਮਨਾ ਔਰ ਇਹੀ ਸਾਡੀ ਜਿਹੜੀ ਆ ਉਹ ਪਹਿਲ ਹੋਏਗੀ ਜੀ। ਮੈਡਮ, ਜੇ ਆਪਾਂ ਗੱਲ ਕਰੀਏ ਕਿ ਭਗਵੰਤ ਸਿੰਘ ਮਾਨ ਵੱਲੋਂ ਸਕੂਲ ਜਿਹੜੇ ਆ ਪ੍ਰਾਈਵੇਟ ਆ, ਲੋਕਾਂ ਦਾ ਬੜਾ ਉਤਪੀੜਨ ਹੋ ਰਿਹਾ ਸੀ, ਫੀਸਾਂ ਦੇ ਵਿੱਚ ਲੋਕਾਂ ਦੀ ਜਾਨ ਕੱਢੀ ਜਾ ਰਹੀ ਸੀ। ਭਗਵੰਤ ਸਿੰਘ ਮਾਨ ਨੇ ਫੈਸਲਾ ਲਿਆ ਕਿ ਜਿਹੜੀਆਂ ਕਿਤਾਬਾਂ ਕਾਪੀਆਂ ਨੇ, ਜੇ ਵਰਦੀਆਂ ਨੇ ਜਾਂ ਹੋਰ ਮਟੀਰੀਅਲ ਜਿਹੜਾ ਬੱਚਿਆਂ ਨੂੰ ਚਾਹੀਦਾ ਬਈ ਉਹ ਜ਼ਰੂਰੀ ਨਹੀਂ ਹੋਊਗਾ ਵੀ ਸਕੂਲਾਂ ਵਿੱਚੋਂ ਖਰੀਦਿਆ ਜਾਊਗਾ। ਸਕੂਲਾਂ ਨੇ ਵੀ ਲਿਖ ਕੇ ਲਾਤਾ ਵੀ ਤੁਸੀਂ ਵਰਦੀਆਂ ਤੇ ਕਿਤਾਬਾਂ ਕਾਪੀਆਂ ਬਾਹਰੋਂ ਲੈ ਸਕਦੇ। ਪਰ ਲੋਕ ਅਸੀਂ ਦੇਖੇ ਪਿਛਲੇ ਦਿਨਾਂ ਵਿੱਚ ਖੱਜਲ ਇੰਨੇ ਹੋ ਰਹੇ ਨੇ, ਉਹ ਵੱਖ-ਵੱਖ ਮਾਰਕੀਟ ਦੁਕਾਨਾਂ ਤੇ ਜਾ ਰਹੇ ਨੇ, ਕਿਤੇੋਂ ਵੀ ਉਹਨਾਂ ਨੂੰ ਉਹ ਕਿਤਾਬਾਂ ਨਹੀਂ ਮਿਲ ਰਹੀਆਂ ਜਿਹੜੀਆਂ ਕਿਤਾਬਾਂ ਸਕੂਲਾਂ ਨੇ ਰეკਮੈਂਡ ਕੀਤੀਆਂ ਹੋਈਆਂ। ਜਦੋਂ ਤੁਸੀਂ ਉਹਨਾਂ ਦੀ ਰეკਮੈਂਡ ਕੀਤੀ ਹੋਈ ਦੁਕਾਨ ਤੇ ਜਾਂਦੇ ਤਾਂ ਫਿਰ ਮਨਮਰਜ਼ੀ ਦੇ ਭਾਅ ਲਾ ਰਹੇ ਨੇ। ਕੀ ਲੱਗ ਰਿਹਾ ਕਿ ਇਹ ਜਿਹੜੀ ਸਮੱਸਿਆ ਖੜੀ ਹੋ ਗਈ ਜਾਂ ਖੱਜਲ ਖੁਆਰੀ ਕਿਵੇਂ ਘਟੂਗੀ? ਨਵੀਂ ਬਣੀ ਸਰਕਾਰ ਵਾਸਤੇ ਇਹ ਇੱਕ ਚੈਲੰਜ ਹੈ ਕਿ ਇਹਨਾਂ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਮੋਨੋਪੋਲੀ ਆ ਉਹਨੂੰ ਕਿਵੇਂ ਤੋੜਨਾ। ਜੀ, ਪਹਿਲਾ ਕਰਨ ਵਾਲਾ ਕੰਮ ਸਰਦਾਰ ਭਗਵੰਤ ਸਿੰਘ ਮਾਨ ਨੇ ਕਰ ਦਿੱਤਾ ਕਿ ਫੀਸਾਂ ਦੇ ਵਿੱਚ 1 ਰੁਪਈਆ ਨਹੀਂ ਵਧਾਇਆ ਜਾਏਗਾ। ਜੀ, ਨਾਲ ਦੀ ਨਾਲ ਇਹ ਵੀ ਕਿਹਾ ਕਿ ਜਿਹੜੀਆਂ ਉਹਨਾਂ ਦੀਆਂ ਕਿਤਾਬਾਂ ਨੇ ਉਹ ਹਰ ਦੁਕਾਨ ਤੋਂ ਮਿਲਣੀਆਂ ਚਾਹੀਦੀਆਂ। ਜੀ, ਕੁਝ ਫਰਕ ਇਸ ਸਾਲ ਹੋਏਗਾ, ਅਗਲੇ ਸਾਲ ਇਸ ਨੂੰ ਟੋਟਲ ਤੁਸੀਂ ਚੇਂਜ ਦੇਖੋਗੇ, ਕਿਉਂਕਿ ਕਿਤਾਬਾਂ ਦੀ ਛਪਾਈ, ਦੁਕਾਨਾਂ ਤੇ ਪਹੁੰਚਣ ਦਾ ਸਿਲਸਿਲਾ, ਇੱਕਦਮ ਦੇ ਨਾਲ ਜਿਹੜੀਆਂ ਸਾਡੀਆਂ ਐਡਮਿਸ਼ਨਾਂ ਦਾ ਸਿਲਸਿਲਾ, ਉਹ ਸਾਰੀਆਂ ਚੀਜ਼ਾਂ ਦੇਖੋ, ਕੋਈ ਵੀ ਚੀਜ਼ ਆ ਜਿਹੜੀ ਜਿਹਨੂੰ ਬਣਨ ਨੂੰ ਦਹਾਕੇ ਲੱਗ ਗਏ ਹੋਣ, ਉਹਨੂੰ ਚੇਂਜ ਕਰਨ ਲਈ ਕੁਛ ਨਾ ਕੁਛ ਸਮਾਂ ਤੇ ਲੱਗੇਗਾ। ਕੁਛ ਚੇਂਜ ਜਿਹੜੀ ਆ ਉਹ ਹੁਣ ਦੇਖਣ ਨੂੰ ਮਿਲ ਰਹੀ ਆ। ਆਉਣ ਵਾਲੇ ਟਾਈਮ ਦੇ ਵਿੱਚ ਸਿੱਖਿਆ ਵਿਭਾਗ ਬਹੁਤ, ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਵੀ ਬੜੇ ਤਿੱਖੇ ਇਹਦੇ ਬਾਰੇ ਦੇ ਵਿੱਚ ਆਪਣਾ ਰਵੱਈਆ ਅਪਣਾਇਆ ਆ ਕਿ ਵੀ ਮਾਫ ਨਹੀਂ ਕੀਤਾ ਜਾਏਗਾ। ਜਿਹੜੀ ਇਹਨਾਂ ਨੇ ਇੱਕ ਕਿਸਮ ਦਾ ਜਿਹੜਾ ਐਜੂਕੇਸ਼ਨ ਮਾਫੀਆ ਬਣਾ ਰੱਖਿਆ ਕਿ ਵੀ ਲੋਕਾਂ ਦੀ ਲੁੱਟ ਖਸੁੱਟ ਦਾ ਆਉਣ ਵਾਲੇ ਟਾਈਮ ਵਿੱਚ ਇਹਦੇ ਵਿੱਚ ਹੁਣ ਤੇ ਇਸ ਜਿਹੜਾ ਹੁਣ ਇੱਕ ਐਕਸਪੀਰੀਅੰਸ ਆ ਇਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਹੋਣਗੀਆਂ ਉਹ ਅਗਲੇ ਟਾਈਮ ਦੇ ਵਿੱਚ ਨਜਿੱਠਿਆ ਜਾਊਗਾ ਉਹਨਾਂ ਨਾਲ। ਔਰ ਨਾਲ ਦੀ ਨਾਲ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਆਪਣਾ ਇੱਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਹੋਇਆ ਕਿ ਤੁਸੀਂ ਉਹਦੇ ਉੱਤੇ ਸ਼ਿਕਾਇਤ ਕਰ ਸਕਦੇ ਹੋ ਜੇ ਕਿਤੇ ਦਿੱਕਤ ਆਉਂਦੀ। ਪਰ ਹੈ ਅਜੇ ਸ਼ਿਕਾਇਤਾਂ ਜਿਹੜੀਆਂ ਕਿਤਾਬਾਂ ਨੂੰ ਲੈ ਕੇ ਆ ਉਹ ਸਾਰੀਆਂ ਸਾਡੇ ਧਿਆਨ ਦੇ ਵਿੱਚ ਵੀ ਆ। ਆਉਣ ਵਾਲੇ ਸਮੇਂ 'ਚ ਇਹਦਾ ਸਾਰਥਕ ਹੱਲ ਆਪਾਂ ਕੱਢਾਂਗੇ। ਨੈਕਸਟ ਮਾਨ ਸਾਹਿਬ, ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਖਿੱਤੇ ਦੇ ਵਿੱਚ ਇਸ ਵਕਤ ਗਰਮੀ ਦਾ ਪ੍ਰਕੋਪ ਜਿਹੜਾ ਅੱਜ ਤੋਂ 15-20 ਦਿਨ ਬਾਅਦ ਜਿੰਨੀ ਗਰਮੀ ਹੋਣੀ ਸੀ ਉਹ 40 ਡਿਗਰੀ 42 ਡਿਗਰੀ ਦੇ ਨੇੜੇ ਤੇੜੇ ਹੁਣ ਦੇ ਦਿਨਾਂ ਵਿੱਚ ਹੀ ਪੁੱਜ ਗਿਆ। ਮਾਰਚ ਦੇ ਆਖਰੀ ਹਫ਼ਤਿਆਂ ਦੇ ਵਿੱਚ ਇੰਨੀ ਗਰਮੀ ਹੋਣੀ, ਅਪ੍ਰੈਲ ਚੜ੍ਹਦਿਆਂ ਇੰਨੀ ਗਰਮੀ ਹੋਣੀ, ਜਿਹਦੇ ਨਾਲ ਸਾਡਾ ਕਣਕ ਦਾ ਸੀਜ਼ਨ ਜਿਹੜਾ ਆ ਉਹ ਪਹਿਲਾਂ ਆ ਗਿਆ, ਕਿਉਂਕਿ ਦਾਣਾ ਜਿਹੜਾ ਆ ਉਹ ਜਲਦੀ ਪੱਕਣ ਦੇ ਵਿੱਚ ਆ ਗਿਆ। ਜਿੱਥੇ ਤੱਕ ਪਤਾ ਲੱਗ ਰਿਹਾ, ਮਾਹਰ ਵੀ ਕਹਿ ਰਹੇ ਨੇ ਕਿ ਔਸਤ ਜਿਹੜੀ ਆ ਉਹ ਜ਼ਿਮੀਂਦਾਰ ਦੀ ਘਟੂਗੀ। ਜਿਹੜਾ ਉਹਨਾਂ ਦਾ ਕਣਕ ਪਹਿਲਾਂ ਪੱਕਣ ਦੇ ਨਾਲ ਦਾਣਾ ਜਿਹੜਾ ਪੂਰਾ ਉਹ ਬਣ ਨਹੀਂ ਪਾਇਆ। ਤੇ ਤੁਹਾਡੀ ਮੰਡੀ ਬੋਰਡ ਨੇ ਲਾ ਕੇ ਜਾਂ ਸਰਕਾਰ ਨੇ ਕੀ ਪੂਰੇ ਪ੍ਰਬੰਧ ਕਰ ਲਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਨੂੰ ਲੈ ਕੇ, ਚਾਹੇ ਮੰਡੀ ਦੇ ਵਿੱਚ ਕਣਕ ਨੂੰ ਰੋਲਣ ਦੀ ਗੱਲ ਹੋਵੇ, ਇਹਨੂੰ ਲੈ ਕੇ ਤੁਹਾਡੇ ਪ੍ਰਬੰਧ ਕਿਵੇਂ ਨੇ? ਬਿਲਕੁਲ ਪੂਰੇ ਪ੍ਰਬੰਧ ਨੇ। ਚੀਫ ਮਿਨਿਸਟਰ ਸਾਹਿਬ ਨੇ ਇਹਦੇ ਹੁਕਮ ਵੀ ਜਾਰੀ ਕੀਤੇ ਹੋਏ, ਡੀਸੀਜ਼ ਨੂੰ ਸਭ ਨੂੰ ਇਹ ਹਦਾਇਤਾਂ ਨੇ ਕਿ ਵੀ ਕਣਕ ਦਾ ਇੱਕ ਦਾਣਾ ਜਿਹੜਾ ਉਹ ਵਧੀਆ ਢੰਗ ਦੇ ਨਾਲ ਚੁੱਕਿਆ ਜਾਏਗਾ। ਮੈਂ ਆਪਣੇ ਹਲਕੇ 'ਚ ਆਪਣੇ ਤੌਰ ਤੇ ਮੈਂ ਆਪਣੇ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬਾਨਾਂ ਦੇ ਨਾਲ ਜਿੰਨਾ ਸਾਰਾ ਸਟਾਫ ਆ, ਫੂਡ ਇੰਸਪੈਕਟਰ ਸਾਹਿਬ ਨਾਲ, ਸਭ ਦੇ ਨਾਲ ਮੇਰੀ ਮੀਟਿੰਗਸ ਹੋ ਚੁੱਕੀ ਆ। ਉਹ ਕਹਿੰਦੇ ਆ ਕਿ ਸਾਡੇ ਅਰੇਂਜਮੈਂਟਸ ਜਿਹੜੇ ਪੂਰੇ ਨੇ। ਔਰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਮੈਂ ਸਾਰੀਆਂ ਮੰਡੀਆਂ ਦਾ ਇੱਕ ਵਾਰੀ ਪਹਿਲ ਦੇ ਆਧਾਰ 'ਤੇ ਦੌਰਾ ਕਰੂੰਗੀ ਜ਼ਰੂਰ, ਤਾਂ ਕਿ ਉੱਥੇ ਸਾਫ਼ ਸਫਾਈ ਦੇ ਅਰੇਂਜਮੈਂਟ ਦੇਖ ਸਕੀਏ। ਬੰਪਰ ਜਿਹੜੀ ਸਾਡੀ ਕਣਕ ਆਉਣ ਤੋਂ ਪਹਿਲਾਂ ਕੀ ਉੱਥੇ ਪੂਰੇ ਸਾਫ਼ ਸਫਾਈ ਦੇ ਪ੍ਰਬੰਧ ਨੇ, ਕੀ ਪਾਣੀ ਦੇ ਪ੍ਰਬੰਧ ਨੇ, ਕਿ ਜਿੰਨੀਆਂ ਮੁੱਢਲੀਆਂ ਜ਼ਰੂਰਤਾਂ ਸਾਡੇ ਜ਼ਿਮੀਂਦਾਰ ਭਰਾਵਾਂ ਦੀਆਂ ਉਹ ਮੈਂ ਕਣਕ ਦਾ ਸੀਜ਼ਨ ਜਿਹੜਾ ਉਹ 10 ਤਰੀਕ ਤੋਂ ਪਹਿਲਾਂ ਹੀ ਕੋਸ਼ਿਸ਼ ਕਰੂੰਗੀ, ਸ਼ਾਇਦ ਕੱਲ੍ਹ ਦਾ ਹੀ ਮੈਂ ਰੱਖ ਲਾਂ ਜਾਂ ਕੱਲ੍ਹ ਨਹੀਂ ਤਾਂ ਪਰਸੋਂ, ਸਾਰੀਆਂ ਮੰਡੀਆਂ ਦਾ ਇੱਕ ਵਾਰੀ ਦੌਰਾ ਕਰਕੇ ਜ਼ਿਮੀਂਦਾਰਾਂ ਨੂੰ ਆਉਣ ਵਾਲੀਆਂ ਸਮੱਸਿਆ ਜਿਹੜੀਆਂ ਆ ਸਕਦੀਆਂ ਉਹਦਾ ਪਹਿਲਾਂ ਪ੍ਰਬੰਧ ਕਰਾਂਗੇ। ਜੀ, ਪਿਛਲੇ ਦਿਨੀ ਇੱਕ ਬੜਾ ਰੌਲਾ ਪਿਆ ਸੀ ਮੀਡੀਆ ਵਿੱਚ ਵੀ ਪੰਜਾਬ ਦੇ ਵਿੱਚ ਕੋਲੇ ਦੀ ਕਿੱਲਤ ਕਰਕੇ ਕੰਪਨੀਆਂ ਕੋਲ ਤੇ ਬਿਜਲੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇੰਨੀ ਗਰਮੀ ਵੱਧ ਰਹੀ, ਉਹਦੇ ਹਿਸਾਬ ਨਾਲ ਸ਼ਾਰਟੇਜ ਬੜੀ ਹੋ ਰਹੀ ਹੈ। ਕੀ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਕੱਟ ਲੱਗਣੇ ਆ ਉਹਨਾਂ ਦੇ ਪ੍ਰਬੰਧ ਵਾਸਤੇ ਕੁਝ ਕਰ ਰਹੀ ਹੈ? ਬੜਾ ਇਹ ਮੁੱਦਾ ਹਾਈਲਾਈਟ ਹੋਇਆ ਸੀ ਕਿ ਜਿਹੜਾ ਉਹ ਕੇਂਦਰੀ ਪੂਲ ਦੇ ਵਿੱਚੋਂ ਭਗਵੰਤ ਮਾਨ ਸਾਹਿਬ ਨੇ ਬਿਜਲੀ ਪੰਜਾਬ ਦੀ ਪੂਰਤੀ ਵਾਸਤੇ ਮੰਗ ਕੀਤੀ ਸੀ ਔਰ ਮੋਦੀ ਜੀ ਨੇ ਉਹਦੇ ਵਾਸਤੇ ਮਨਾ ਕਰ ਦਿੱਤਾ ਸੀ। ਬਾਅਦ ਦੇ ਵਿੱਚ ਇਹ ਮਸਲਾ ਸੁਲਝ ਵੀ ਗਿਆ ਆ ਔਰ ਮੈਨੂੰ ਪੂਰੀ ਉਮੀਦ ਆ ਕਿ ਜਿੰਨਾ ਫਿਕਰ ਭਗਵੰਤ ਮਾਨ ਸਾਹਿਬ ਨੂੰ ਆ ਪੰਜਾਬ ਦੇ ਬਾਰੇ ਵਿੱਚ ਕਿਸੇ ਵੀ ਚੀਫ ਮਿਨਿਸਟਰ ਨੂੰ ਨਹੀਂ ਹੋ ਸਕਦਾ। ਔਰ ਇਹ ਆਉਣ ਵਾਲੇ ਸਮੇਂ ਲਈ ਅਸੀਂ ਇਹ ਸਾਰੇ ਅਰੇਂਜਮੈਂਟਸ ਜਿਹੜੇ ਆ ਸਰਕਾਰ ਨੇ ਕਰਨੇ ਆ ਔਰ ਤੁਸੀਂ ਦੇਖੋਗੇ ਕਿ ਸਾਰਾ ਕੁਝ ਠੀਕ ਹੋਏਗਾ। ਜੀ, ਇਹ ਸਨ ਬੀਬੀ ਇੰਦਰਜੀਤ ਕੌਰ ਮਾਨ ਜੀ। ਕਰਦੇ ਹਾਂ ਕੁਝ ਹੋਰ ਗੱਲਾਂ ਬਾਤਾਂ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਸਵਾਗਤ ਇੱਕ ਵਾਰ ਫਿਰ ਤੋਂ। ਤੁਸੀਂ ਸੁਣ ਰਹੇ ਹੋ ਗੱਲਬਾਤ ਹਲਕਾ ਵਿਧਾਇਕਾ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ ਦੇ ਨਾਲ। ਕਰਦੇ ਕੁਝ ਹੋਰ ਸਵਾਲ। ਬੀਬੀ ਜੀ, ਜਿਵੇਂ ਆਪਾਂ ਦੇਖ ਰਹੇ ਸੀ ਕਿ ਚਰਨਜੀਤ ਚੰਨੀ ਦੀ ਸਰਕਾਰ ਨੇ ਜਾਂਦੇ ਜਾਂਦੇ ਕੌਂਸਲਾਂ ਦੇ ਵਿੱਚ ਜਿਹੜੇ ਸਫਾਈ ਸੇਵਕ ਸੀ ਉਹਨਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਸੀ। ਬਹੁਤੇ ਕੌਂਸਲਾਂ ਦੇ ਵਿੱਚ ਸਿਰਫ ਸਰਟੀਫਿਕੇਟ ਦੇਣ ਵਾਲੇ ਰਹਿ ਗਏ ਸੀ ਤੇ ਇਲੈਕਸ਼ਨ ਕੋਡ ਲੱਗ ਰਿਹਾ। ਤੇ ਉਹ ਅੱਜ ਵੀ ਇੰਤਜ਼ਾਰ ਕਰ ਰਹੇ ਨੇ ਮੁਲਾਜ਼ਮ ਜਿਹੜੇ ਆ, ਚਾਹੇ ਨਕੋਦਰ ਦੇ ਹੋਣ, ਨੂਰ ਮਹਿਲ ਦੇ ਹੋਣ, ਚਾਹੇ ਬਿਲਗਾ ਕੌਂਸਲ ਦੇ ਹੋਣ, ਜਾਂ ਸ਼ਾਇਦ ਹੋਰ ਵੀ ਪੰਜਾਬ 'ਚ ਕਿਤੇ ਹੋਣ। ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਆਸ ਰੱਖ ਸਕਦੇ ਆ ਕਿ ਉਹਨਾਂ ਨੂੰ ਉਹ ਸਰਟੀਫਿਕੇਟ ਜਾਰੀ ਹੋ ਜਾਣਗੇ ਪੱਕਿਆਂ ਦੇ? ਬਿਲਕੁਲ, ਮੈਂ ਆਪਣੇ ਨਕੋਦਰ ਤੇ ਨੂਰ ਮਹਿਲ ਔਰ ਬਿਲਗਾ ਦੇ ਈਓ ਸਭ ਤੋਂ ਇਹ ਮੰਗ ਲਏ ਹੋਏ ਆ ਡੀਟੇਲ ਕਿ ਵੀ ਕਿਹੜੇ ਕਿਹੜੇ ਜਿਹੜੇ ਤੁਸੀਂ ਤੁਸੀਂ ਕੋਈ ਸਰਟੀਫਿਕੇਟ ਬਣਾਏ ਆ ਜਾਂ ਕੋਈ ਪੱਕੇ ਕਰਨ ਵਾਸਤੇ ਕਿੰਨੀ ਕੁ ਕਾਰਵਾਈ ਪੂਰੀ ਹੋਈ ਹੈ ਜਾਂ ਨਹੀਂ ਹੋਈ, ਜਾਂ ਸ਼ੁਰੂ ਵੀ ਕੀਤੀ ਹੈ ਕਿ ਨਹੀਂ ਕੀਤੀ, ਉਹਦੀਆਂ ਡੀਟੇਲਸ ਮੰਗੀਆਂ। ਜਿਵੇਂ ਦਾ ਕੌਂਸਲਾਂ ਦੇ ਵਿੱਚ ਹੋਏਗਾ ਇਹਨਾਂ ਦਾ ਹਿਸਾਬ ਕਿਤਾਬ, ਜੇ ਕੋਈ ਅਧੂਰਾ ਹੋਏਗਾ ਤਾਂ ਉਹਨੂੰ ਪੂਰਾ ਵੀ ਕਰਾਂਗੇ ਜੀ, ਔਰ ਜੇ ਕੁਝ ਬਣੇ ਹੋਣਗੇ ਤਾਂ ਉਹਨਾਂ ਨੂੰ ਫੌਰਨ ਡਿਸਟ੍ਰੀਬਿਊਟ ਵੀ ਕਰਾਂਗੇ ਜੀ। ਜੇ ਆਪਾਂ ਤੁਹਾਡੇ ਇਲੈਕਸ਼ਨ ਕੰਪੇਨ ਦੀ ਗੱਲ ਕਰੀਏ ਤਾਂ ਲਗਭਗ 3 ਮਹੀਨੇ ਜਿਹੜੇ ਪਿਛਲੇ ਸੀ ਉਹ ਦਿਨ ਰਾਤ ਹਰ ਉਮੀਦਵਾਰ ਨੇ ਕੰਮ ਕੀਤਾ। ਹਲਕਾ ਨਕੋਦਰ ਦੇ ਵਿੱਚ ਇੱਕ ਵੱਡੀ ਪਰਸੈਪਸ਼ਨ ਬਣੀ ਹੋਈ ਸੀ ਕਿ ਜਿਹੜੇ ਪਹਿਲਾਂ ਇੱਥੋਂ ਸਾਬਕਾ ਵਿਧਾਇਕ ਨੇ ਵੀ ਉਹਨਾਂ ਦਾ ਪਰਿਵਾਰ ਜਿਹੜਾ ਇੱਥੋਂ ਕਦੀ ਹਾਰ ਨਹੀਂ ਸਕਦਾ। ਤੁਸੀਂ ਵੀ ਮਿਹਨਤ ਕੀਤੀ, ਤੁਸੀਂ ਜਿੱਤ ਗਏ। ਲੋਕਾਂ ਨਾਲ ਮਿਲਣੀ, ਲੋਕਾਂ ਦਾ ਕਿੱਦਾਂ ਦਾ ਤਜਰਬਾ, ਲੋਕੀ ਕਿੱਦਾਂ ਦਾ ਮਹਿਸੂਸ ਕਰਦੇ ਸੀਗੇ ਇਸ ਵਕਤ ਜਿਹੜੀ ਬਦਲਾਅ ਵਾਲੀ ਗੱਲ ਚੱਲੀ ਆ? ਮੈਂ ਇਲੈਕਸ਼ਨ ਜਿਹੜੀ ਆ ਨਾ ਉਹ ਕੋਈ ਲੀਡਰ ਬਣ ਕੇ ਨਹੀਂ ਲੜੀ ਸੀ ਜੀ। ਆਪਣਾ ਸਾਰੇ ਹਲਕੇ ਨੂੰ ਆਪਣਾ ਪਰਿਵਾਰ ਸਮਝ ਕੇ, ਲੋਕਾਂ ਦੇ ਦੁੱਖ ਦਰਦ ਨੂੰ ਅਪਣਾ ਕੇ ਔਰ ਪੰਜਾਬ ਦਾ ਦਰਦ ਦਿਲ ਦੇ ਵਿੱਚ ਲੈ ਕੇ ਇਹ ਇਲੈਕਸ਼ਨ ਲੜੀ ਸੀ ਜੀ। ਔਰ ਮੈਨੂੰ ਉਹੋ ਜਿਹਾ ਹੀ ਮਾਹੌਲ ਜਿਹੜਾ ਆ ਹੁਣ, ਜਿਵੇਂ ਲੋਕਾਂ ਨੇ ਮੈਨੂੰ ਪਹਿਲਾਂ ਪਿਆਰ ਸਤਿਕਾਰ ਦਿੱਤਾ, ਜਿਵੇਂ ਪਿੰਡਾਂ ਦੇ ਵਿੱਚ ਜਾਂਦੇ ਸੀ, ਸ਼ਹਿਰਾਂ 'ਚ ਜਾਂਦੇ ਜਿੱਦਾਂ ਲੋਕ ਉੱਡ ਕੇ ਮਿਲਦੇ ਸੀ, ਉਸੇ ਤਰ੍ਹਾਂ ਹੀ ਹੁਣ ਬਹੁਤ ਸਾਰਾ ਸਤਿਕਾਰ, ਬਹੁਤ ਸਾਰਾ ਪਿਆਰ। ਤੁਸੀਂ ਸਮਝ ਲਓ ਕਿ ਵੀ ਇਹ ਸਾਂਭਿਆ ਹੀ ਨਹੀਂ ਜਾ ਰਿਹਾ, ਇੰਨਾ ਪਿਆਰ ਲੋਕ ਕਰਦੇ ਆ ਸਾਰੇ। ਔਰ ਮੇਰਾ ਪਰਿਵਾਰ ਹੈ ਜੀ, ਜਿੱਤਿਆ ਹੋਇਆ ਵੀ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਵੀ ਤੇ ਜਿਨ੍ਹਾਂ ਨੇ ਨਹੀਂ ਪਾਈਆਂ ਉਹ ਵੀ ਜੀ। ਇੱਕ ਵੀ ਤੁਹਾਡੇ ਵਰਕਰਾਂ 'ਚ ਇਹ ਵੀ ਗੱਲ ਚੱਲ ਰਹੀ ਵੀ ਜਿਹੜੇ ਇਲੈਕਸ਼ਨ ਦੌਰਾਨ ਤੁਹਾਡਾ ਸਾਥ ਨਹੀਂ ਦਿੰਦੇ, ਤੁਹਾਡਾ ਫੋਨ ਨਹੀਂ ਚੁੱਕਦੇ, ਜਿੱਦਣ ਤੇ ਤੁਸੀਂ ਜਿੱਤ ਗਏ ਉਹ ਗੁਲਦਸਤੇ ਲੈ ਕੇ ਵੱਧ ਆ ਰਹੇ ਨੇ। ਚਲੋ, ਇਹ ਸਮਾਜ ਦਾ ਤਾਣਾ ਬਾਣਾ ਹੀ ਇਹੋ ਜਿਹਾ ਜੀ ਜੀ। ਤੇ ਜੇ ਉਹ ਹੁਣ ਵੀ ਆ ਰਹੇ ਆ ਤਾਂ ਉਹਨਾਂ ਨੂੰ ਜੀ ਆਇਆਂ ਜੀ, ਕੋਈ ਗੱਲ ਨਹੀਂ ਜੀ। ਜੇ ਨਾ ਵੀ ਆਉਣ, ਜੇ ਉਹਨਾਂ ਦਾ, ਜੇ ਮੰਨ ਲਓ ਕਿ ਕੋਈ ਵਿਰੋਧੀ ਆ, ਕੋਈ ਨਹੀਂ ਵੀ ਆਉਣਾ ਚਾਹੁੰਦਾ, ਨਾ ਵੀ ਆਵੇ, ਜੇ ਉਹਨੂੰ ਕੱਲ ਨੂੰ ਕੋਈ ਕੰਮ ਪੈਂਦਾ ਤਾਂ ਸਰਕਾਰ ਤਾਂ ਸਭ ਦੀ ਆ ਨੇ, ਕੰਮ ਤਾਂ ਸਭ ਦੇ ਹੋਣੇ ਆ ਜੀ। ਤੇ ਉਹ ਜਿਹੜੇ ਆਉਂਦੇ ਆ ਉਹਨਾਂ ਨੂੰ ਵੀ ਜੀ ਆਇਆਂ, ਜਿਹੜੇ ਨਹੀਂ ਆਏ ਉਹਨਾਂ ਦਾ ਵੀ ਸਵਾਗਤ ਹੈ ਜੀ, ਜਦੋਂ ਮਰਜ਼ੀ ਆਉਣ ਜੀ। ਤੁਹਾਡੇ ਜਿਹੜੇ ਪ੍ਰਸ਼ੰਸਕ ਸੀ ਜਾਂ ਤੁਹਾਡੇ ਵੋਟਰ ਸੀ ਬੜੀ ਨੀਝ ਲਾ ਕੇ ਬੈਠੇ ਸੀਗੇ ਕਿ ਬੀਬੀ ਇੰਦਰਜੀਤ ਕੌਰ ਵਧੀਆ ਪਿੰਡ ਦਾ ਪਹਿਲਾਂ ਵੀ ਨਿਜ਼ਾਮ ਚਲਾਉਂਦੇ ਰਹੇ ਨੇ, ਹਲਕੇ ਦੇ ਵਿੱਚ ਬੜਾ ਵਧੀਆ ਤੁਹਾਡਾ ਲੋਕਾਂ ਨਾਲ ਮਿਲਣੀ ਸੀਗੀ ਬਈ ਭਗਵੰਤ ਮਾਨ ਦੀ ਪਹਿਲੀ ਕੈਬਨਿਟ ਵਿੱਚ ਬੀਬੀ ਜੀ ਮੰਤਰੀ ਬਣ ਸਕਦੇ ਆ। ਕਿੱਥੇ ਜਾ ਕੇ ਗੱਲ ਖੁੰਝ ਗਈ? ਦੇਖੋ, ਬੰਦੇ ਦੀਆਂ ਇੱਛਾਵਾਂ ਤਾਂ ਕਦੀ ਖਤਮ ਨਹੀਂ ਹੁੰਦੀਆਂ ਜੀ। ਪਰਮਾਤਮਾ ਨੇ, ਦਾਤੇ ਨੇ ਏਡਾ ਵੱਡਾ ਮਾਣ ਸਤਿਕਾਰ ਬਖਸ਼ਿਆ। ਬਿਲਕੁਲ, ਐਮਐਲਏ ਕੋਈ ਛੋਟੀ ਤਾਕਤ ਨਹੀਂ ਆ ਜੀ, ਬਹੁਤ ਵੱਡੀ ਤਾਕਤ ਆ। ਜੇ ਸਿਰਫ ਮਨ ਦੇ ਵਿੱਚ ਸੇਵਾ ਆ ਤੇ ਇਹ ਬਹੁਤ ਵੱਡੀ ਸਾਡੇ ਕੋਲ ਅਹੁਦਾ ਆ। ਇਹਦੇ ਵਿੱਚ ਜਿੰਨੀ ਮਰਜ਼ੀ ਸੇਵਾ ਆਪਾਂ ਕਰ ਸਕਦੇ ਆ। ਔਰ ਮੈਂ ਆਪਣੇ ਹਲਕੇ ਦੇ ਨਾਲ ਜੁੜੀ ਰਹਿਣਾ ਵੀ ਚਾਹੁੰਦੀ ਆ। ਤੇ ਜੋ ਦਾਤੇ ਦੇ ਘਰ ਦੇ ਵਿੱਚ ਹੋਏਗਾ, ਜੇ ਇਹ ਆ, ਜੇ ਕੁਝ ਹੋਰ ਹੋਊਗਾ ਤਾਂ ਉਹ ਵੀ ਮਿਲ ਜੂਗਾ, ਨਹੀਂ ਹੋਊਗਾ ਤਾਂ ਮੈਂ ਬਹੁਤ ਖੁਸ਼ ਹਾਂ ਆਪਣੇ ਹਲਕੇ ਦੇ ਵਿੱਚ ਰਹਿ ਕੇ, ਆਪਣੇ ਕੰਮ ਕਰਕੇ। ਜੇ ਮਾਨ ਸਾਹਿਬ ਤੁਹਾਡੇ ਹਲਕੇ ਦੀ ਗੱਲ ਕਰੀਏ ਤਾਂ ਜਿਵੇਂ ਨੂਰ ਮਹਿਲ ਦੀ ਗੱਲ ਕਰ ਲਈਏ, ਨਕੋਦਰ ਥਾਣਾ ਪੈਂਦਾ ਆ, ਬਿਲਗਾ ਥਾਣਾ ਪੈਂਦਾ, ਵੱਡਾ ਪਿੰਡ ਤਲ ਬਣਿਆ। ਤੁਸੀਂ ਇੱਕ ਦਿਨ ਗਏ ਵੀ ਉੱਥੇ, ਇੱਕ ਦਿਨ ਤੋਂ ਲੈ ਕੇ 3 ਦਿਨ ਦੇ ਵਿੱਚ ਵੱਡੀਆਂ ਚੋਰੀਆਂ ਹੋਣੀਆਂ, ਵੱਡਾ ਨੁਕਸਾਨ ਪਿੰਡ ਦਾ ਹੋਣਾ। ਕੀ ਲੱਗ ਰਿਹਾ ਕਿ ਪ੍ਰਸ਼ਾਸਨ ਹਜੇ ਪੂਰਾ ਤਰ੍ਹਾਂ ਜਿਹੜਾ ਇਹ ਚੋਰ ਆ ਜਾਂ ਇਹ ਝਪਟੀ ਮਾਰਿਆ, ਆਉਂਦੇ ਜਾਂਦੀਆਂ ਬੀਬੀਆਂ ਦੀਆਂ ਬਾਲੀਆਂ ਖੋਲੀਆਂ, ਕਿਸੇ ਦੀਆਂ ਗੇਰੀ ਚੈਨ ਖੋਲੀ, ਵੀ ਹਜੇ ਕਾਬੂ ਪਾਉਣ 'ਚ ਅਸਫਲ ਲੱਗ ਰਹੀ ਤੁਹਾਨੂੰ? ਨਹੀਂ, ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਜੀ। ਸਾਡਾ ਨਕੋਦਰ ਤਕਰੀਬਨ, ਜਿਹੜਾ ਨਕੋਦਰ ਸ਼ਹਿਰ ਆ, ਉੱਥੇ ਤਕਰੀਬਨ ਸਾਰਾ ਕੁਝ ਅੰਡਰ ਕੰਟਰੋਲ ਆ। ਨੂਰ ਮਹਿਲ 'ਚ ਵੀ ਹੌਲੀ ਹੌਲੀ ਅੰਡਰ ਕੰਟਰੋਲ ਆ ਰਿਹਾ। ਬਿਲਗਾ ਵਗੈਰਾ ਪਹਿਲਾਂ ਨਾਲੋਂ ਬੜਾ ਫਰਕ ਪੈ ਗਿਆ। ਔਰ ਮੁਲਾਜ਼ਮ ਵੀ ਹੁਣ ਮਿਹਨਤ ਕਰਨ ਲੱਗੇ ਹੋਏ ਆ ਜੀ, ਕਰ ਰਹੇ ਆ ਕੰਮ, ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰ ਰਹੇ। ਤੁਹਾਨੂੰ ਪਤਾ, ਇਹ ਬਲਾਈਂਡ ਚੋਰੀਆਂ ਨੇ ਜਿਹੜੀਆਂ ਕਈ ਵਾਰੀ ਤੁਹਾਡੇ ਕੋਲ ਬਿਲਕੁਲ ਕੋਈ ਸਿਰਾ ਹੀ ਹੈ ਨਹੀਂ, ਕੋਈ ਸੁਰਾਗ ਹੀ ਹੈ ਨਹੀਂ, ਸੁਰਾਗ ਕੱਢਣ ਨੂੰ ਵੀ ਟਾਈਮ ਲੱਗ ਜਾਂਦਾ। ਕਈ ਵਾਰੀ ਇਹਦੇ ਵਿੱਚ ਉਹਨਾਂ ਨੂੰ ਆਰਾਮ ਨਾਲ ਕਰਨ ਨੂੰ ਵੀ ਕਹੀਦਾ ਕਿ ਕੋਈ ਜਿਹੜਾ ਹੈਗਾ ਉਹ ਨਜਾਇਜ਼ ਕਿਸੇ ਨਾਲ ਬੇਇਨਸਾਫੀ ਨਾ ਹੋ ਜਾਵੇ। ਬੜੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਜੀ। ਤੇ ਉਹਦੇ ਹਿਸਾਬ ਦੇ ਨਾਲ ਲੱਗੇ ਹੋਏ ਨੇ, ਬੜੇ ਵਧੀਆ ਤਰੀਕੇ ਨਾਲ ਮਿਹਨਤ ਨਾਲ ਲੱਗੇ ਹੋਏ ਨੇ। ਔਰ ਠੀਕ ਚੱਲ ਰਿਹਾ ਜੀ, ਹੁਣ ਫਰਕ ਹੈ ਅੱਗੇ ਨਾਲੋਂ ਬਹੁਤ, ਪਹਿਲਾਂ ਨਾਲੋਂ। ਜੇ ਭਗਵੰਤ ਸਿੰਘ ਮਾਨ ਦੇ ਆਪਾਂ ਫੈਸਲਿਆਂ ਨੂੰ ਦੇਖਿਆ ਤਾਂ ਸਭ ਨੂੰ ਵੱਡਾ ਫੈਸਲਾ ਜਿਹੜਾ ਉਹਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਲਿਆ ਆ, ਨੰਬਰ ਵੀ ਜਾਰੀ ਕਰ ਦਿੱਤਾ ਆ। ਆਪਾਂ ਦੇਖਦੇ ਹਾਂ ਕਿ ਚਾਹੇ ਥਾਣੇ ਹੋਣ, ਕਚਹਿਰੀਆਂ ਹੋਣ, ਤਹਿਸੀਲਾਂ ਹੋਣ, ਇਹਨਾਂ ਦਾ ਨਿਜ਼ਾਮ ਇੱਦਾਂ ਦਾ ਬਣ ਚੁੱਕਾ ਸੀਗਾ ਵੀ ਜਿੱਥੇ ਪੈਸੇ ਦਿੱਤੇ ਬਿਨਾਂ ਆ ਕੰਮ ਕੋਈ ਹੁੰਦਾ ਨਹੀਂ ਸੀਗਾ। ਪਰ ਹੁਣ ਆਪਾਂ ਦੇਖਦੇ ਦਫ਼ਤਰਾਂ ਦੇ ਵਿੱਚ ਇਸ ਗੱਲ ਦਾ ਥੋੜ੍ਹਾ ਬਹੁਤ ਡਰ ਤਾਂ ਮੁਲਾਜ਼ਮਾਂ 'ਚ ਹੈ,
ਪਰ ਕਿਤੇ ਨਾ ਕਿਤੇ ਇਹ ਵੀ ਇਹ ਗੱਲ ਲੱਗ ਰਹੀ ਹੈ ਵੀ ਜੇ ਹੁਣ ਪੈਸਾ ਨਹੀਂ ਦੇ ਰਹੇ ਤਾਂ ਕੋਈ ਨਿੱਕਾ ਮੋਟਾ ਕੰਮ ਕਰਨ ਲਈ ਕੋਈ ਮੁਲਾਜ਼ਮ ਜਿਹੜੇ ਆ ਉਹ ਰੁਚੀ ਨਹੀਂ ਲੈ ਰਹੇ, ਇੰਟਰਸਟ ਨਹੀਂ ਲੈ ਰਹੇ। ਤੁਹਾਨੂੰ ਵੀ ਲਗਭਗ ਕਹਿ ਸਕਦੇ ਕਿ 3 ਹਫ਼ਤੇ ਦੇ ਨੇੜੇ ਹੋ ਗਏ ਆ। ਕੀ ਤੁਹਾਡੀ ਨਕੋਦਰ ਹੋਵੇ, ਨੂਰਮਹਿਲ ਹੋਵੇ, ਇਹਨਾਂ ਤਹਿਸੀਲਾਂ ਵਿੱਚ, ਇਹਨਾਂ ਥਾਣਿਆਂ ਦੇ ਅੰਦਰ ਵਿੱਚ ਤੁਹਾਡੇ ਕੋਲ ਕੋਈ ਸ਼ਿਕਾਇਤ ਆਈ ਆ ਵੀ ਕਿਸ ਤਰ੍ਹਾਂ ਦਾ ਕੋਈ ਐਸੇ ਵੀ ਭ੍ਰਿਸ਼ਟਾਚਾਰ ਦੀ ਕਿਤੇ ਨਾ ਕਿਤੇ ਚਿਣਕ ਫੁੱਟ ਰਹੀ ਆ? ਨਹੀਂ, ਬਿਲਕੁਲ ਨਹੀਂ, ਬਿਲਕੁਲ ਸਾਫ਼ ਸੁਥਰਾ ਨਜ਼ਰ ਆ ਰਿਹਾ ਸਾਰਾ ਕੁਝ। ਔਰ ਇਹ ਵੀ ਨਹੀਂ ਹੈ ਕਿ ਕੰਮ ਨਹੀਂ ਹੋ ਰਿਹਾ, ਕੰਮ ਹੋ ਰਿਹਾ। ਲੋਕ ਮੇਰੇ ਕੋਲ ਆਉਂਦੇ ਨੇ, ਇੱਥੋਂ ਉਹਨਾਂ ਨੂੰ ਕੰਮ ਨੂੰ ਰეკਮੈਂਡ ਕਰਕੇ ਭੇਜੀਦਾ ਆ। ਕਈ ਕੰਮਾਂ ਦੇ ਵਿੱਚ ਕੰਪਲਿਕੇਸ਼ਨਸ ਹੁੰਦੀਆਂ ਆ, ਕਈ ਲੋਕਾਂ ਨੂੰ ਸੈਟੀਸਫਾਈਡ ਕਰਾਉਣਾ ਥੋੜਾ ਔਖਾ। ਔਰ ਦੂਸਰੀ ਵੱਡੀ ਗੱਲ ਇਹ ਹੈ ਕਿ ਜੇ ਤਾਂ ਤੁਸੀਂ ਇੱਕ ਦਾ ਕੰਮ ਕਰਵਾ ਕੇ ਦੂਸਰੇ ਦੇ ਖਿਲਾਫ ਪਰਚਾ ਦਰਜ ਕਰਾਉਣਾ ਤਾਂ ਉਸੇ ਵੇਲੇ ਹੋ ਜਾਊਗਾ। ਮੈਂ ਆਪਣੇ ਇਸ ਨਵੀਂ ਸਰਕਾਰ, ਨਵੇਂ ਯੁੱਗ ਦੇ ਵਿੱਚ ਇੱਕ ਫੈਸਲਾ ਕੀਤਾ ਹੋਇਆ ਕਿ ਪਰਚੇ ਨਹੀਂ ਕਰਵਾਉਣੇ। ਔਰ ਪਰਚਾ ਕਰਨਾ ਪੁਲਿਸ ਵਾਸਤੇ ਸੌਖਾ ਹੁੰਦਾ, ਫੈਸਲਾ ਕਰਾਉਣਾ ਔਖਾ ਹੁੰਦਾ। ਉਹਦੇ ਵਿੱਚ ਕਿਤੇ ਨਾ ਕਿਤੇ 1-2 ਦਿਨ ਲੱਗ ਸਕਦੇ ਹੁੰਦੇ ਆ, ਲੋਕਾਂ ਨੂੰ ਕਨਵਿੰਸ ਕਰਨਾ ਕਈ ਵਾਰੀ ਔਖਾ ਹੋ ਜਾਂਦਾ। ਪਰਚਾ ਸਿਸਟਮ ਜਿਹੜਾ ਕਲਚਰ ਚੱਲਿਆ ਹੋਇਆ ਉਹ ਬਿਲਕੁਲ ਬੰਦ। ਹਾਂ, ਬਿਲਕੁਲ ਕੋਈ ਨਿਹਾਇਤ ਬੰਦਾ ਉਹੋ ਜਿਹਾ ਹੋਵੇ ਜਿਹੜਾ ਨਹੀਂ ਕੰਟਰੋਲ ਹੁੰਦਾ, ਉਹਦੇ 'ਤੇ ਸਖਤ ਕਾਰਵਾਈ ਵੀ ਹੋਏਗੀ। ਔਰ ਮੈਨੂੰ ਹਰ ਪਾਸਿਓਂ ਬੜੀਆਂ ਠੰਡੀਆਂ ਹਵਾਵਾਂ ਆ ਰਹੀਆਂ ਕਿ ਜਿਸ ਵੀ ਆਫੀਸਰ ਨੂੰ ਫੋਨ ਕਰਦੇ ਆ ਜਾਂ ਉੱਥੇ ਭੇਜਦੇ ਆ ਤਾਂ ਮਿੰਟੋ ਮਿੰਟ ਹੀ ਉਹਦਾ ਨਿਪਟਾਰਾ ਹੋ ਰਿਹਾ। ਮੇਰੇ ਹਲਕੇ ਦੇ ਵਿੱਚ ਇੱਕ ਵੀ ਖਬਰ ਜਿਹੜੀ ਆ ਉਹ 25 ਦਿਨਾਂ 'ਚ ਮੇਰੇ ਕੋਲ ਨਹੀਂ ਪਹੁੰਚੀ ਕਿ ਸਾਡੇ ਕੋਲੋਂ ਪੈਸੇ ਲੈ ਲਏ ਔਰ ਸਾਡਾ ਆ ਪੈਸਿਆਂ ਦੇ ਨਾਲ ਕੰਮ ਹੋਇਆ। ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਇਹੋ ਜਿਹਾ ਹੋਵੇ ਤਾਂ ਕੋਈ ਵੱਡੀ ਗੱਲ ਨਹੀਂ, ਕਹਿ ਨਹੀਂ ਸਕਦੇ, ਕਿਉਂਕਿ ਲੋਕਾਂ ਨੂੰ ਹਰ ਇੱਕ ਨੂੰ ਬਦਲਣਾ ਤੇ ਬਦਲਣ ਲਈ ਸਮਾਂ ਚਾਹੀਦਾ ਹੁੰਦਾ। ਸਾਨੂੰ ਆਪਣੇ ਆਪ ਨੂੰ ਬਦਲਣ ਲਈ ਰੱਖਦੇ ਹੋ ਕਿ 5 ਸਾਲ ਦੇ ਵਿੱਚ ਕੋਈ ਨਹੀਂ ਇੱਦਾਂ ਦੀ ਭ੍ਰਿਸ਼ਟਾਚਾਰ ਦੀ ਤੁਹਾਡੇ ਹਲਕੇ 'ਚ ਗੱਲ ਸੁਣਨ ਨੂੰ ਮਿਲੂਗੀ? ਆਸ ਤਾਂ ਮੈਂ ਬਿਲਕੁਲ ਰੱਖਦੀ ਹਾਂ ਜੀ। ਅਸੀਂ ਤਾਂ ਨਹੀਂ ਇਸ ਚੀਜ਼ ਤੇ ਰੱਖੀ ਆ ਕਿ ਭ੍ਰਿਸ਼ਟਾਚਾਰ ਬਿਲਕੁਲ ਨਹੀਂ ਹੋਣ ਦੇਣਾ, ਪਰ ਵਧੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਕਈ ਵਾਰੀ ਲੋਕ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਵੀ ਆਉਂਦੇ, ਨਹੀਂ ਆਉਣਗੇ ਤਾਂ ਫਿਰ ਉਹਦੀ ਸਜ਼ਾ ਭੁਗਤਣੀ ਪਊ। ਪਰ ਆਪਾਂ ਸਥਾਪਤੀ ਪਾਰਟੀਆਂ ਦੀ ਤਾਂ ਪਰੰਪਰਾ ਹੀ ਇਹ ਰਹੀ ਹੈ ਵੀ ਜਦੋਂ ਸਰਕਾਰ ਬਦਲਦੀ ਸੀ ਤਾਂ ਜਿਹੜੀ ਪਾਰਟੀ ਹਾਰ ਜਾਂਦੀ ਸੀ ਧੜਾ ਧੜ ਦੂਸਰੇ ਚੌਥੇ ਦਿਨ ਹੀ ਉਹਨਾਂ ਤੇ ਪਰਚੇ ਹੋਣੇ ਸ਼ੁਰੂ ਹੋ ਜਾਂਦੇ ਸਨ। ਬਿਲਕੁਲ ਬਿਲਕੁਲ। ਤੇ ਆਪਾਂ ਦੇਖਦੇ ਰਹੇ ਹਾਂ ਵੀ ਚਾਹੇ ਫਿਰ ਨਜਾਇਜ਼ ਹੋਵੇ ਵਰਕਰ, ਚਾਹੇ ਜਾਇਜ਼ ਹੋਵੇ, ਸਰਕਾਰ ਬਦਲਦੀ ਸਾਰੇ ਹੀ ਪਰਚੇ ਕਰਾਉਣ ਤੇ ਜਿਹੜੇ ਆ ਉਹਨਾਂ ਦੇ ਦੂਸਰੇ ਪ੍ਰਧਾਨ ਟਾਈਪ ਜਾਂ ਜਹੇਦਾਰ ਟਾਈਪ ਬੰਦੇ ਜਿਹੜੇ ਮੂਹਰੇ ਹੋ ਜਾਂਦੇ ਸੀਗੇ। ਕੀ ਤੁਹਾਨੂੰ ਲੱਗ ਰਿਹਾ ਆ ਕਿ ਇਹ ਤੁਹਾਡੀ ਪਾਰਟੀ ਜਿਹੜਾ ਇਹ ਨਵਾਂ ਜਿਹੜਾ ਪਰੰਪਰਾ ਜਿਹੜੀ ਆ ਸ਼ੁਰੂ ਕਰੂਗੀ ਤੇ ਪੁਰਾਣੀ ਪਰੰਪਰਾ ਨੂੰ ਤੋੜੂਗੀ? ਬਿਲਕੁਲ ਜੀ, ਅਸੀਂ ਸ਼ੁਰੂ ਕਰ ਦਿੱਤਾ ਹੋਇਆ। ਤੁਸੀਂ ਪੂਰੇ ਹਲਕੇ ਦੀ ਜੇ ਆਪਾਂ ਗੱਲ ਕਰੀਏ ਤੇ ਇੰਨਾ 3-4 ਲੱਖ ਆਪਣੇ ਨਾਗਰਿਕ ਆ ਜਿਹੜਾ ਡੇਲੀ ਆਪਣੇ ਹਲਕੇ ਦੇ ਵਿੱਚ ਆ। ਇੱਕ ਵੀ ਪਰਚਾ ਮੈਂ ਤੇ ਆਪਣੇ ਵੱਲੋਂ ਹਜੇ ਤੱਕ ਇੱਕ ਵੀ ਪਰਚਾ ਹੋਣ ਨਹੀਂ ਦਿੱਤਾ। ਜੇ ਇੰਨੇ ਦਿਨਾਂ 'ਚ ਨਹੀਂ ਹੋਣ ਦਿੱਤਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀਆਂ ਸੰਭਾਵਨਾਵਾਂ ਹੋਰ ਘਟਣਗੀਆਂ। ਜਦੋਂ ਪਤਾ ਆ ਕਿ ਪਰਚਾ ਨਹੀਂ ਹੋਣਾ, ਬੈਠਣਾ ਆ, ਅਸੀਂ ਕੰਪਰੋਮਾਈਜ਼ ਕਰਨਾ ਹੈ, ਭਾਈਚਾਰਕ ਸਾਂਝ ਵਧਾਉਣੀ ਆ, ਤੇ ਫਿਰ ਇਹਨੂੰ ਮੈਂ, ਕਿਉਂਕਿ ਮੇਰਾ ਆਪਣਾ ਜਾਤੀ ਤਜਰਬਾ, ਜਦੋਂ ਮੈਂ ਪਹਿਲੀ ਵਾਰੀ ਸਰਪੰਚ ਬਣੀ ਸੀ ਨਾ, ਤੇ ਮੈਂ ਹਰ ਹਫਤੇ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਇਕੱਠੀਆਂ ਕਰੀ ਜਾਂਦੀਆਂ ਸੀ। ਔਰ ਹਰ ਐਤਵਾਰ ਅਸੀਂ ਪੰਚਾਇਤ ਲਾਉਂਦੇ ਸੀ, ਪੰਚਾਇਤ ਘਰ, ਸਿਆਣੇ ਬਜ਼ੁਰਗ ਨਾਲ ਬਿਠਾ ਕੇ, ਸਾਬਕਾ 5 ਸਰਪੰਚਾਂ ਨੂੰ ਨਾਲ ਬਿਠਾ ਕੇ, ਔਰ ਤਕਰੀਬਨ ਇੱਕ ਹਫਤੇ ਦੀਆਂ ਹੀ 10-10, 12-12 ਸ਼ਿਕਾਇਤਾਂ ਪਿੰਡ ਦੇ ਵਿੱਚੋਂ ਆ ਜਾਂਦੀਆਂ ਸੀ। ਅਸੀਂ ਇਹਨੂੰ ਆਪਣੀ ਰਵਾਇਤ ਨੂੰ ਚਾਲੂ ਰੱਖਿਆ ਕਿ ਹਰ ਐਤਵਾਰ ਅਸੀਂ ਪੰਚਾਇਤ ਲਾਵਾਂਗੇ। ਉਹ ਪੰਚਾਇਤ ਜਿੱਦਾਂ ਸਾਡਾ ਟਾਈਮ ਪੀਰੀਅਡ ਲੰਘੀ ਜਾਂਦਾ ਸੀ, ਉੱਦਾਂ ਸ਼ਿਕਾਇਤਾਂ ਘਟਣ ਲੱਗ ਗਈਆਂ ਸੀ। ਔਰ 6 ਮਹੀਨੇ ਦੇ ਵਿੱਚ ਉਹ ਜਿਹੜਾ ਨਾ ਸ਼ਿਕਾਇਤਾਂ ਵਾਲਾ ਸੀਗਾ ਉਹ ਜ਼ੀਰੋ ਹੋ ਗਿਆ ਸੀ। ਇਹ ਡਿਪੈਂਡ ਕਰਦਾ ਹਾਕਮ ਤੇ ਕਿ ਉਹ ਚਾਹੁੰਦਾ ਕੀ ਆ। ਉਹ ਲੋਕਾਂ ਨੂੰ ਲੜਾ ਕੇ ਰੱਖਣਾ ਚਾਹੁੰਦਾ, ਫਸਾ ਕੇ ਰੱਖਣਾ ਚਾਹੁੰਦਾ, ਆਪਣਾ ਮਤਲਬ ਸਿੱਧ ਕਰਨ ਵਾਸਤੇ ਭਾਈਚਾਰਕ ਸਾਂਝ ਤੋੜ ਕੇ ਰੱਖਣਾ ਚਾਹੁੰਦਾ। ਇਹ ਸਾਰੀ ਦੀ ਸਾਰੀ ਜਿਹੜੀ ਆ ਜ਼ਿੰਮੇਵਾਰੀ ਇਹ ਹਾਕਮ ਦੀ ਆ ਕਿ ਉਹਨੇ ਲੋਕਾਂ ਨੂੰ ਆਪਣੀ ਪਰਜਾ ਨੂੰ ਸੰਭਾਲਣਾ ਕਿਵੇਂ ਆ, ਉਹਨਾਂ ਨੂੰ ਮਾਨਸਿਕ ਸ਼ਾਂਤੀ ਕਿੱਦਾਂ ਦੇਣੀ ਆ। ਪੈਸੇ ਧੇਲੇ ਤੋਂ ਇਲਾਵਾ ਮਾਨਸਿਕ ਸ਼ਾਂਤੀ ਔਰ ਭਾਈਚਾਰਕ ਸਾਂਝ ਜ਼ਿਆਦਾ ਜ਼ਰੂਰੀ ਆ। ਔਰ ਸਿਆਸਤ ਵੀ ਇਹਦੇ ਤੇ ਕਰਨਾ ਨਿਹਾਇਤ ਘਟੀਆ ਤੇ ਅਕਿਰਤ ਘਣਤਾ ਦੀ ਨਿਸ਼ਾਨੀ ਆ ਇਹ, ਜੇ ਤੁਸੀਂ ਲੋਕਾਂ ਦੀ ਲੜਾਈ ਦੇ ਵਿੱਚ ਆਪਣਾ ਫਾਇਦਾ ਭਾਲਦੇ ਹੋ ਤਾਂ। ਮਾਨ ਸਾਹਿਬ, ਜਿਵੇਂ ਕਰੀਏ ਵੀ ਆਪਣੀ ਦੁਆਬੇ ਦੀ ਬੈਲਟ, ਹੁਣ ਤਾਂ ਵੈਸੇ ਸਾਰੇ ਪੰਜਾਬ 'ਚੋਂ ਲੋਕ ਵਿਦੇਸ਼ਾਂ ਵਿੱਚ ਜਾ ਕੇ ਵਸ ਗਏ ਨੇ, ਪਰ ਦੁਆਬਾ ਆਪਾਂ ਕਹਿ ਰਹੇ ਵੀ ਪੁਰਾਣਾ ਤੇ ਕਹਿ ਸਕਦੇ ਬਹੁਤ ਤਾਦਾਦ ਵਿੱਚ ਲੋਕ ਨੇ। ਆਪਣਾ ਹਲਕੇ ਦੇ ਵਿੱਚ ਵੀ NRI ਬੰਦੇ ਨੇ, ਉਹਨਾਂ ਨੇ ਵੀ ਬੜੇ ਲੰਬੇ ਸਮੇਂ ਤੋਂ ਇਹ ਆਸਾਂ ਲਾਈਆਂ ਸਨ। ਚਾਹੇ ਆਪਾਂ ਬਲਵੰਤ ਸਿੰਘ ਰਾਮੂ ਵਾਲੀ ਦੀ ਪਾਰਟੀ ਦੀ ਗੱਲ ਕਰੀਏ, ਚਾਹੇ ਮਨਪ੍ਰੀਤ ਬਾਦਲ ਦੀ ਪਾਰਟੀ ਦੀ ਗੱਲ ਕਰ ਦਈਏ, ਜਿਹਦੇ ਨਾਲ ਭਗਵੰਤ ਸਿੰਘ ਮਾਨ ਵੀ ਪਹਿਲਾਂ ਉਸ ਵੇਲੇ ਨਾਲ ਸੀ। ਉਹਨਾਂ ਦੇ ਦਿਲ ਦੇ ਵਿੱਚ ਵੀ ਸੀ ਵੀ ਪੰਜਾਬ ਦੇ ਵਿੱਚ 2 ਪਾਰਟੀਆਂ ਤੋਂ ਬਿਨਾਂ ਕੋਈ ਤੀਜੀ ਧਿਰ ਹੋਣੀ ਚਾਹੀਦੀ ਆ। 17 'ਚ ਨਹੀਂ ਬਣੀ, ਤੁਹਾਡੀ ਗੱਲ 22 'ਚ ਬਣ ਗਈ।
ਕੀ NRI ਦੇ ਜਿਹੜੀਆਂ ਲੋਕ ਪੰਜਾਬ ਪ੍ਰਤੀ ਉਹ ਦਰਦ ਰੱਖਦੇ ਨੇ, ਉਹ ਪੰਜਾਬ ਦਾ ਸੁਧਾਰ ਚਾਹੁੰਦੇ ਨੇ, ਚਾਹੇ ਟ੍ਰੈਫਿਕ ਨੂੰ ਲੈ ਕੇ ਹੋਵੇ, ਚਾਹੇ ਸਿਸਟਮ ਨੂੰ ਲੈ ਕੇ ਹੋਵੇ, ਜਿਨ੍ਹਾਂ ਨੇ ਆਸ ਐਡੀ ਵੱਡੀ ਰੱਖ ਕੇ ਤੁਹਾਡੀ ਵੀ ਮਦਦ ਕੀਤੀ ਆ, ਪੂਰੇ ਆਮ ਆਦਮੀ ਪਾਰਟੀ ਦੀ NRI, ਕੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਲੋਕ ਡਰ ਕੇ ਬੈਠ ਗਏ ਸੀ, ਜਿਨ੍ਹਾਂ ਤੇ ਆਉਂਦਿਆਂ ਤੇ ਇੱਥੇ ਪਰਚੇ ਹੋ ਜਾਂਦੇ ਸੀ, ਉਹਨਾਂ ਦਾ ਕੋਈ ਨਾ ਕੋਈ ਗੁਆਂਢੀ ਆ ਜਾਂ ਰਿਸ਼ਤੇਦਾਰ ਉਹਨਾਂ ਨੂੰ ਫਸਾਉਣ ਦਾ ਡਰ ਦੇ ਕੇ ਇੱਥੋਂ ਭਜਾ ਦਿੰਦਾ ਸੀਗਾ, ਬਹੁਤ ਲੋਕ ਸੀ ਇੱਦਾਂ ਦੇ ਆਸ ਛੱਡ ਦਿੱਤੀ ਵੀ ਅਸੀਂ ਪੰਜਾਬ ਜਾਵਾਂਗੇ ਤੇ ਸਾਡੇ ਨਾਲ ਉੱਥੇ ਸਾਡੀ ਜ਼ਮੀਨ ਨਹੀਂ ਕਿਸੇ ਨੇ ਛੱਡਣੀ, ਸਾਡੇ ਨਾਲ ਧੱਕਾ ਹੋ ਜਾਣਾ। ਤੁਹਾਡੀ ਬਦਲੀ ਹੋਈ ਸਰਕਾਰ NRI ਪ੍ਰਤੀ ਕੀ ਆਪਣਾ ਪੱਖ ਰੱਖਦੀ ਹੈ? ਸਭ ਤੋਂ ਪਹਿਲਾਂ ਤਾਂ NRIs ਦਾ ਬਹੁਤ ਬਹੁਤ ਧੰਨਵਾਦ ਕਰਨਾ ਬਣਦਾ। ਉਹਨਾਂ ਦਾ ਪੰਜਾਬ ਪ੍ਰਤੀ ਦਰਦ ਨੂੰ ਸਲਾਮ ਆ, ਉਹਨਾਂ ਦਾ ਆਪਣੇ ਪਿੰਡਾਂ ਵਾਸਤੇ, ਆਪਣੇ ਪੰਜਾਬ ਵਾਸਤੇ ਮੋਹ ਨੂੰ ਸਲਾਮ ਆ ਕਿ ਸਾਡੇ ਨਾਲੋਂ ਵੱਧ ਪਿਆਰ ਉਹ ਕਰਦੇ ਪੰਜਾਬ ਨੂੰ, ਆਪਣੇ ਪਿੰਡਾਂ ਨੂੰ। ਇਲੈਕਸ਼ਨ ਦੇ ਵਿੱਚ ਬਹੁਤ ਮਦਦ ਕਰਕੇ ਆਮ ਆਦਮੀ ਪਾਰਟੀ ਲਿਆਉਣ ਦੇ ਵਿੱਚ ਵੱਡਾ ਯੋਗਦਾਨ NRIs ਦਾ। ਔਰ ਭਗਵੰਤ ਮਾਨ ਸਾਹਿਬ ਨੇ ਆਉਂਦਿਆਂ ਹੀ ਇਹ ਫੈਸਲਾ ਕੀਤਾ ਸੀ ਕਿ ਜਿਹੜੇ ਇੱਥੇ ਲੜਾਈ ਝਗੜੇ ਹੋ ਜਾਂਦੇ ਨੇ NRIs ਦੇ, ਉਹਨਾਂ ਵਾਸਤੇ ਇੱਕੋ ਹੀ ਫਾਸਟ ਟਰੈਕ ਸੀਗੀ ਆਪਣੀ ਜਲੰਧਰ ਦੇ ਵਿੱਚ। ਉਹ ਹੁਣ 4 ਹੋਰ ਫਾਸਟ ਟਰੈਕ ਜਿਹੜੀਆਂ ਅਦਾਲਤਾਂ ਉਹ ਪੰਜਾਬ ਦੇ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ, ਜਿਹਦੇ ਵਿੱਚ ਇੱਕ ਅਦਾਲਤ ਦੀ ਬਜਾਏ ਸਾਰੇ 4 ਹੋਰ ਅਦਾਲਤਾਂ ਹੋਣਗੀਆਂ ਤੇ ਉਹਨਾਂ ਦੇ ਜਿਹੜੇ ਕੋਈ ਪੈਂਡਿੰਗ ਪਏ ਮਸਲੇ ਨੇ ਜਾਂ ਨਵੀਆਂ ਸ਼ਿਕਾਇਤਾਂ ਨੇ ਜਾਂ ਹੋਣਗੀਆਂ, ਉਹਨਾਂ ਨੂੰ ਬਹੁਤ ਜਲਦੀ ਦੇਣੀ ਖਤਮ ਕਰਕੇ ਤੇ ਉਹਨਾਂ ਨੂੰ ਇੱਕ ਬਦਲਦਾ ਅਹਿਸਾਸ ਦਿਲਾਇਆ ਜਾਵੇ ਕਿ ਪੰਜਾਬ ਤੁਹਾਡਾ ਆ, ਇੱਥੇ ਦੇ ਪ੍ਰਬੰਧ ਵੀ ਤੁਹਾਡੇ ਵਾਸਤੇ, ਜਿੰਨੇ ਇੱਥੇ ਦੇ ਨਾਗਰਿਕਾਂ ਵਾਸਤੇ ਹੈ ਉਹਨੇ ਤੁਹਾਡੇ ਵਾਸਤੇ ਵੀ ਅਸੀਂ ਤੁਹਾਡੇ ਨਾਲ ਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮੈਂ ਆਪਣੇ ਹਲਕੇ 'ਚ ਦੇਖ ਰਹੀ ਹਾਂ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ NRIs ਜਿਹੜੇ ਇਲੈਕਸ਼ਨ ਦੌਰਾਨ ਨਹੀਂ ਸੀ ਆਏ, ਬਾਅਦ ਦੇ ਵਿੱਚ ਆਏ, ਬਹੁਤ ਸਾਰੇ, ਮਤਲਬ ਜਿਹੜੇ ਪ੍ਰੋਮੀਨੈਂਟ ਹਸਤੀਆਂ ਨੇ ਬਾਹਰਲੇ ਮੁਲਕਾਂ ਦੀਆਂ, ਉਹ ਪੰਜਾਬ ਦੇ ਵਿੱਚ ਇਸ ਵੇਲੇ ਮੌਜੂਦ ਨੇ। ਜਿਵੇਂ ਥੋੜਾ ਇਸ ਸਵਾਲ ਨੂੰ ਹੋਰ ਅੱਗੇ ਵਧਾਵਾਂ ਕਿ NRI ਦੇ ਹਮੇਸ਼ਾ ਦਰਦ ਹੁੰਦਾ ਆ ਵੀ ਸਾਡੇ ਪਿੰਡ ਦਾ ਆ ਵੀ ਬਣ ਜਾਵੇ, ਸਾਡੇ ਪਿੰਡ ਦਾ ਆ ਵੀ ਬਣ। ਕੁਛ NRI ਪੈਸਾ ਵੀ ਖਰਚਣਾ ਚਾਹੁੰਦੇ ਹੁੰਦੇ, ਆਪਾਂ ਬਹੁਤ ਸਕੂਲਾਂ ਵਿੱਚ ਦੇਖਦੇ ਹਾਂ ਕਿ NRI ਆਣ ਕੇ ਚਾਹੇ ਧਾਰਮਿਕ ਸਥਾਨ ਹੋਣ ਚਾਹੇ ਸਕੂਲ ਹੋਣ, ਆਣ ਕੇ ਦਾਨ ਵੀ ਕਰਦੇ ਨੇ, ਪਰ ਕਿਤੇ ਨਾ ਕਿਤੇ ਜਦੋਂ ਕੋਈ ਪਿੰਡ ਦਾ ਕੰਮ ਕਰਨਾ ਚਾਹੁੰਦੇ ਨੇ ਤਾਂ ਸਰਕਾਰੀ ਅੜਚਣਾਂ ਵਿੱਚ ਆ ਜਾਂਦੀਆਂ। ਕਈ ਵਾਰੀ ਤਾਂ ਪਿੰਡ ਦੀ ਪੰਚਾਇਤ ਨਹੀਂ ਉਹਨਾਂ ਦੇ ਹੱਕ 'ਚ ਹੁੰਦੀ, ਜਾਂ ਕੋਈ ਕਾਨੂੰਨ ਦੀਆਂ ਇੱਦਾਂ ਦੀਆਂ ਅੜਚਣਾਂ ਹੁੰਦੀਆਂ ਵੀ NRI ਆਪਣਾ ਪੈਸਾ ਸਾਂਝੇ ਥਾਂ ਲਾਉਣਾ ਵੀ ਚਾਹੁਣ ਤਾਂ ਲਾ ਨਹੀਂ ਸਕਦੇ। ਤੁਸੀਂ ਕੋਈ NGO ਜਾਂ ਕੋਈ ਇਸ ਤਰ੍ਹਾਂ ਦੀ ਕੋਈ ਸੰਸਥਾ ਬਣਾਓਗੇ ਜਿਹਦੇ ਨਾਲ ਕੋਈ NRI ਆਣ ਕੇ ਆਪਣੇ ਪਿੰਡ ਦੇ ਭਲੇ ਲਈ ਕੋਈ ਪੈਸਾ ਖਰਚਣਾ ਚਾਹੁੰਦਾ ਆ ਤੇ ਸਰਕਾਰ ਵੱਲੋਂ ਜਿਹੜੀ ਅੜਚਣ ਆਊਗੀ ਉਹਦੇ ਹੱਲ ਲਈ ਤੁਸੀਂ ਕੋਈ ਉਪਰਾਲਾ ਕਰੋਗੇ? ਦੇਖੋ, ਜਿਵੇਂ ਪੰਜਾਬ ਸਰਕਾਰ ਨੇ ਐਲਾਨ ਕੀਤਾ, ਸਾਡੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਾਹਿਬ ਧਾਲੀਵਾਲ ਸਾਹਿਬ ਨੇ ਕਿ 26 ਜੂਨ ਤੋਂ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਬਣਨਗੀਆਂ ਜੀ। ਜਿਹੜਾ ਇੱਕ ਅੜਿੱਕਾ ਹੁੰਦਾ ਸੀ ਕਿ NRI ਆਪਣਾ ਪੈਸਾ ਖਰਚ ਨਹੀਂ ਸਕਦੇ ਆਪਣੇ ਤਰੀਕੇ ਦੇ ਨਾਲ, ਜਾਂ ਉਹਨਾਂ ਦੇ ਪੈਸੇ ਖਰਚਣ ਨੂੰ ਕੋਈ ਜਗ੍ਹਾ ਨਹੀਂ ਸੀ ਹੁੰਦੀ ਕਿ ਉਹ ਆਪਣਾ ਮਨ ਜਿਹੜਾ ਉਹਨਾਂ ਦਾ ਉਹ ਕਿੱਥੇ ਰੱਖਣ, ਉਹ ਇੱਕ ਤਾਂ ਗੱਲ ਖਤਮ ਹੋ ਗਈ ਕਿ ਆਪਣਾ ਗ੍ਰਾਮ ਸਭਾ ਦੇ ਨਾਲ ਉਹ ਸੰਪਰਕ ਕਰਨਗੇ ਤੇ ਉਹਦੇ ਨਾਲ। ਦੂਸਰਾ, ਮੈਂ ਆਪਣੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੀਆਂ ਜਿਹੜੇ ਪਿੰਡੋ ਪਿੰਡ NRI ਜਿਹੜੇ ਇਸ ਖੁਸ਼ੀ ਦੇ ਵਿੱਚ ਪੰਜਾਬ ਪਹੁੰਚੇ ਹੋਏ ਨੇ, ਉਹ ਚਾਹੁੰਦੇ ਆ ਕਿ ਵੀ ਅਸੀਂ ਸਰਗਰਮ ਭੂਮਿਕਾ ਨਿਭਾਈਏ। ਹਜੇ ਪੰਜਾਬ ਸਰਕਾਰ ਵੱਲੋਂ ਕਿਹੋ ਜਿਹੀਆਂ NRIs ਦੇ ਨਾਲ ਮਿਲ ਕੇ ਜਿਹੜੇ ਉਹ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਨੇ, ਉਹਦੇ ਵਾਸਤੇ ਕੀ ਉਹ ਕੋਸ਼ਿਸ਼ਾਂ ਕਰਦੇ ਆ ਜਾਂ ਕੀ ਕਾਨੂੰਨ ਬਣਦੇ ਆ, ਜਾਂ ਜਿਹੜੇ ਪਹਿਲਾਂ ਬਣੇ ਹੋਏ ਆ ਜਿਵੇਂ ਮੈਚਿੰਗ ਗ੍ਰਾਂਟਸ ਵਗੈਰਾ ਦਾ ਇੱਕ ਬਣਿਆ ਹੋਇਆ, ਕੀ ਉਹਨੂੰ ਚਾਲੂ ਰੱਖਣਗੇ ਜਾਂ ਇਹਦੇ ਵਿੱਚ ਕੋਈ ਅਮੈਂਡਮੈਂਟ ਕਰਨਗੇ ਜਾਂ ਕੋਈ ਨਵੀਂ ਚੀਜ਼ ਲੈ ਕੇ ਆਉਣਗੇ। ਉਹ ਹਜੇ ਅਸੀਂ ਜਿਵੇਂ ਦੇ CM ਸਾਹਿਬ ਦੇ ਹੁਕਮ ਹੋਣਗੇ, ਜਿਹੋ ਜਿਹਾ ਬਣੇਗਾ ਉਹਦੇ ਮੁਤਾਬਕ ਚੱਲਾਂਗੇ। ਤੁਸੀਂ ਆਪਣੇ ਹਲਕੇ ਦੀ ਕੋਈ ਬਣਾ ਰਹੇ ਆ? ਆਪਣੇ ਹਲਕੇ ਦੇ ਵਿੱਚ ਮੈਂ ਹਰ NRI ਭਰਾਵਾਂ ਦੀ, ਹਾਂ, ਮੈਂ ਬਹੁਤ ਸਾਰੇ NRIs ਨਾਲ ਸਲਾਹ ਕੀਤੀ ਹੈ। ਕੁਛ NRIs ਆਏ ਹੋਏ ਜਿਹੜਿਆਂ ਨੂੰ ਮੈਂ 2-4 ਦਿਨ ਦੇ ਵਿੱਚ ਫਿਰ ਉਹਨਾਂ ਨਾਲ ਫਿਰ ਪਰਸਨਲ ਮੀਟਿੰਗਸ ਕਰਨੀਆਂ ਕਿ ਉਹ ਕੀ ਚਾਹੁੰਦੇ ਆ, ਕਿ ਉਹ ਪਿੰਡੋ ਪਿੰਡ ਆਪਣੀਆਂ ਕਮੇਟੀਆਂ ਸਥਾਪਿਤ ਕਰਨਾ ਚਾਹੁੰਦੇ ਆ, ਅਸੀਂ ਇੱਕ ਟਰਸਟ ਬਣਾਉਣਾ ਚਾਹੁੰਦੇ ਹਾਂ ਕਿ ਵੀ ਉਹ ਆਪਣਾ ਸ਼ੇਅਰ ਪਾਉਣ ਜਾਂ ਸਰਕਾਰ ਦੀ ਮਦਦ ਦੇ ਨਾਲ, ਜਾਂ ਇਕੱਲੇ ਕਰਨਾ ਚਾਹੁੰਦੇ, ਕੀ ਕਰਨਾ ਚਾਹੁੰਦੇ, ਉਹ ਆਪਾਂ ਉਹਨਾਂ ਦੀਆਂ ਭਾਵਨਾਵਾਂ ਜਾਣਾਂਗੇ। ਉਹ ਕਿਵੇਂ ਕਰਨਾ ਚਾਹੁੰਦੇ ਉਹਨਾਂ 'ਤੇ ਡਿਪੈਂਡ ਹੈ। ਜੇ ਬਲਾਕ ਲੈਵਲ 'ਤੇ ਕੋਈ ਟਰਸਟ ਬਣਾਉਣ ਦੇ ਉਹ ਇਸ਼ੂਕ ਹੋਣਗੇ ਤਾਂ ਉਵੇਂ ਦਾ ਰੱਖਾਂਗੇ, ਜੇ ਕੋਈ ਪਿੰਡੋ ਪਿੰਡ ਕਰਨਾ ਚਾਹੁੰਦੇ ਆ ਤਾਂ ਉਵੇਂ ਦਾ ਰੱਖਾਂਗੇ, ਜਾਂ ਕੋਈ 10-20 ਪਿੰਡ ਮਿਲ ਕੇ ਕੋਈ ਟਰਸਟ ਬਣਾਉਣਾ ਤਾਂ ਉਵੇਂ ਦਾ ਰੱਖਾਂਗੇ। ਐਟਲੀਸਟ ਮੈਂ ਆਪਣੇ ਹਲਕੇ ਦੇ ਵਿੱਚ NRIs ਨੂੰ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਖੁੱਲ੍ਹੀ ਛੋਟ ਦੇਵਾਂਗੇ। ਜੋ ਸਾਡੇ ਪੰਜਾਬ ਲਈ ਕੁਛ ਕਰਨਾ ਚਾਹੁੰਦੇ ਆ ਤਾਂ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਭਰਪੂਰ ਸਹਿਯੋਗ ਦੇਵਾਂਗੇ। ਜੀ ਬੀਬੀ ਜੀ, ਤੁਹਾਡੇ ਹਲਕੇ ਦੇ ਵਿੱਚ ਨਗਰ ਬਿਲਗਾ ਪੈਂਦਾ, 78 ਆਜ਼ਾਦੀ ਘਲਾਟੀਏ, ਇਤਿਹਾਸਕ ਨਗਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ। ਲਗਭਗ ਜੇ ਮੈਂ ਆਪਣੇ ਤਜਰਬੇ ਦੀ ਵੀ ਗੱਲ ਕਰਾਂ ਤੇ 30 ਸਾਲ ਹੋ ਗਏ ਪਿਛਲੀਆਂ ਸਰਕਾਰਾਂ ਦੇ ਲਾਰੇ ਵਾਅਦੇ ਦੇਖਦਿਆਂ ਨੂੰ ਕਿ ਉਸ ਪਿੰਡ ਨੂੰ ਇੱਕ ਰਿੰਗ ਰੋਡ ਦੀ ਲੋੜ ਹੈ, ਇੱਕ ਫਿਰਨੀ ਦੀ ਲੋੜ ਆ। ਬਿਲਕੁਲ। ਕੀ ਆਉਣ ਵਾਲੀ ਜਿਹੜੀ ਤੁਹਾਡੇ 5 ਸਾਲ ਦਾ ਸਮਾਂ ਰਹਿ ਰਿਹਾ, ਤੁਹਾਡੀ ਸਰਕਾਰ ਕੋ ਬਿਲਗੇ ਦੇ ਫਿਰਨੀ ਬਾਰੇ, ਰਿੰਗ ਰੋਡ ਬਾਰੇ ਕੋਈ ਰੋਡ ਮੈਪ ਤਿਆਰ ਕਰ ਸਕਦੀ ਹੈ? ਨਹੀਂ ਜੀ, ਇਹ ਇਲੈਕਸ਼ਨ ਦੇ ਵਿੱਚ ਹੀ ਮੇਰਾ ਉੱਥੇ ਕਮਿਟਮੈਂਟ ਸੀ।
ਵਾਅਦਾ ਸੀ ਕਿ ਬਿਲਗੇ ਨੂੰ ਜਿਹੜਾ ਉਹ ਰਿੰਗ ਰੋਡ ਦਿੱਤਾ ਜਾਏਗਾ। ਮੈਂ PWD ਦੇ ਐਕਸਿਸ ਸਾਹਿਬ ਦੇ ਨਾਲ ਇਹਦੇ ਬਾਰੇ 'ਚ ਗੱਲ ਕਰ ਲਈ। ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਹਦਾ ਆਪਣਾ ਡਿਜ਼ਾਈਨ ਤਿਆਰ ਕਰਨਗੇ। ਜ਼ਮੀਨ ਕਿੱਥੋਂ ਅਕਵਾਇਰ ਹੁੰਦੀ, ਕਿੰਨੀ ਹੁੰਦੀ, ਕਿੱਧਰ ਦੀ ਲੰਘਣੀ, ਉਹ ਸਾਰਾ ਕੁਝ ਤਿਆਰ ਕਰਕੇ ਅਸੀਂ ਸਰਕਾਰ ਨੂੰ ਭੇਜਾਂਗੇ ਆਪਣਾ ਪ੍ਰੋਜੈਕਟ ਰਿੰਗ ਰੋਡ ਦੇ ਵਾਸਤੇ। ਉਹਦੇ ਵਾਸਤੇ ਸਾਡੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਜੀ। ਹੁਣ ਆਪਾਂ ਗੱਲ ਕਰੀਏ, ਭਗਵੰਤ ਸਿੰਘ ਮਾਨ ਨੇ ਇੱਕ ਵੱਡਾ ਐਲਾਨ ਕੀਤਾ ਕਿ ਗੁਰਧਾਮ ਜਿਹੜੇ ਉਹ ਸਭ ਦੇ ਸਾਂਝੇ ਨੇ। ਸ਼੍ਰੋਮਣੀ ਕਮੇਟੀ ਨੂੰ ਉਹਨੇ ਇੱਕ ਆਫਰ ਕੀਤੀ ਸੀ ਕੱਲ, ਬਈ ਜਿਹੜਾ ਗੁਰਬਾਣੀ ਦਾ ਉੱਥੋਂ ਨਿਰਵਾਹ ਹੁੰਦਾ, ਪ੍ਰਸਾਰ ਹੁੰਦਾ ਆ, ਵੀ ਉਹ ਇੱਕ ਹੀ ਨਿੱਜੀ ਚੈਨਲ ਨੂੰ ਕਿਉਂ ਦਿੱਤਾ ਜਾਵੇ, ਇਹਨੂੰ ਪੂਰੇ ਦੁਨੀਆ ਦੇ ਵਿੱਚ ਵਧੀਆ ਢੰਗ ਨਾਲ ਤਰੀਕੇ ਨਾਲ ਭੇਜਣ ਦੇ ਲਈ ਵੀ ਜੇਕਰ ਸ਼੍ਰੋਮਣੀ ਕਮੇਟੀ ਕੋ ਉਦਮ ਉਪਰਾਲਾ ਕਰਦੀ ਆ ਤਾਂ ਉਹ ਆਲ ਓਵਰ ਜਿਹੜਾ ਮਰਜ਼ੀ ਚੈਨਲ ਉੱਥੋਂ ਲੈ ਕੇ ਫੀਡ ਕਿਤੇ ਵੀ ਆਪਣੀ ਭੇਜੇ, ਤੇ ਵੀ ਪੰਜਾਬ ਸਰਕਾਰ ਉਹਦੇ 'ਤੇ ਪੈਸਾ ਖਰਚਣ ਲਈ ਤਿਆਰ ਹੈ, ਉਹ ਲਈ ਸਟਰਕਚਰ ਤਿਆਰ ਕਰਨ ਲਈ ਤਿਆਰ ਆ। ਤੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਨੇ, ਉਹਨਾਂ ਦਾ ਆ ਗਿਆ ਵੀ ਭਗਵੰਤ ਮਾਨ ਆਪਣੀ ਸਰਕਾਰ ਚਲਾ ਲਵੇ, ਸਾਡੇ ਕੰਮ 'ਚ ਦਖਲਅੰਦਾਜ਼ੀ ਨਾ ਦੇਵੇ। ਕੀ ਦੇਖਦੇ ਇਸ ਬਿਆਨ ਬਾਰੇ? ਬੜੀ ਹੈਰਾਨੀ ਵੀ ਹੁੰਦੀ ਆ ਤੇ ਆਪਣੇ ਆਪ 'ਤੇ ਵੀ ਕਈ ਵਾਰੀ ਬੜਾ ਕਹਿ ਲਓ ਕਿ ਵੀ ਗੁੱਸਾ ਆਉਂਦਾ ਕਿ ਅਸੀਂ ਪੰਜਾਬ ਲਈ ਹੁਣ ਤੱਕ ਕੀਤਾ ਤੇ ਕੀ ਕੀਤਾ ਜੀ। ਜੇ ਤਾਂ ਉੱਥੋਂ ਦੇ ਸਾਰੇ ਪ੍ਰਬੰਧ ਜਿਹੜੇ ਆ ਜਾਂ ਉੱਥੋਂ ਦੇ ਸਾਰਾ ਕੀਰਤਨ ਪੰਸਾਰਨ ਜੇ ਤਾਂ ਬਾਦਲ ਸਾਹਿਬ ਦਾ ਚੈਨਲ ਕਰੇ ਜੀ ਤਾਂ ਉਹ ਜਾਇਜ਼। ਜੇ ਪੰਜਾਬ ਦੀ ਸਰਕਾਰ ਇਹ ਕਹਿੰਦੀ ਆ ਕਿ ਤੁਸੀਂ ਸਾਰਿਆਂ ਨੂੰ ਪਾਸੇ ਕਰਕੇ ਸਰਕਾਰ ਤੋਂ ਪੈਸਾ ਲੈ ਕੇ ਉਹ ਆਪਣਾ ਇਨਫਰਾਸਟ੍ਰਕਚਰ ਕਾਇਮ ਕਰਕੇ ਦਿੰਦੇ ਆ ਤੁਹਾਨੂੰ ਕਿ ਗੁਰਦੁਆਰਾ ਸਾਹਿਬ ਸਭ ਦੇ, ਸਾਡਾ ਦਰਬਾਰ ਸਾਹਿਬ ਇਸ ਤੋਂ ਉੱਚੀ ਹਸਤੀ ਸਾਡੇ ਵਾਸਤੇ ਤਾਂ ਇਹ ਮੱਕਾ ਹੀ ਆ, ਹੈ ਨਾ, ਬਈ ਇਹ ਤੋਂ ਉੱਚੀ ਹਸਤੀ ਕੋਈ ਨਹੀਂ। ਜੇ ਉਹਦੇ ਵਾਸਤੇ ਸਰਕਾਰ ਆਫਰ ਕਰਦੀ ਆ, ਜਿਹੜੀ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਆਫਰ ਕਰੇ ਤਾਂ ਉਹਨੂੰ ਮਤਲਬ ਦਰਕਿਨਾਰ ਕੀਤਾ ਜਾਂਦਾ। ਤੇ ਜੇ ਆਪਣਾ ਨਿੱਜੀ ਚੈਨਲ ਜਿਹੜਾ ਬਾਦਲ ਸਾਹਿਬ ਹੁਣਾਂ ਨੇ ਦਿੱਤਾ ਹੋਇਆ ਸੀ ਉਹ ਉਹਨਾਂ ਨੂੰ ਮਨਜ਼ੂਰ ਆ। ਤੁਸੀਂ ਸੋਚੋ ਕਿ ਵੀ ਕੇਸ ਕਦਰ ਜਿਹੜਾ ਆ ਉਹ ਸਾਰਾ ਢਾਂਚਾ ਸ਼੍ਰੋਮਣੀ ਕਮੇਟੀ ਦਾ, ਦਰਬਾਰ ਸਾਹਿਬ ਦਾ ਕੇਸ ਕਦਰ ਉਹਨਾਂ ਲੋਕਾਂ ਦੀ ਗ੍ਰਿਫਤ ਦੇ ਵਿੱਚ ਆ ਜਿਨ੍ਹਾਂ ਨੂੰ ਲੋਕਾਂ ਨੇ ਨਾ ਕਿੱਦਾਂ ਜਿੱਦਾਂ ਕਹਿੰਦੇ ਹੁੰਦੇ ਨਾ ਮੱਖਣ ਦੇ ਵਿੱਚੋਂ ਵਾਲ ਵਾਂਗ ਕੱਢ ਕੇ ਸੁੱਟਿਆ ਜੀ। ਔਰ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਉਹਨਾਂ ਨੂੰ। ਕਿੱਡਾ ਵੱਡਾ ਸੁਨੇਹਾ ਸੀ ਇਹ, ਕਿੱਡੀ ਵੱਡੀ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਆਪਣੇ ਮਾਨਯੋਗ CM ਸਾਹਿਬ ਨੇ ਇਹ ਆਫਰ ਕੀਤੀ ਸੀ। ਇਹ ਸਰਕਾਰ ਦੀ ਆਫਰ ਸੀ, ਉਹਨਾਂ ਨੂੰ ਐਕਸੈਪਟ ਕਰਨੀ ਚਾਹੀਦੀ ਸੀ ਜੀ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਜੇ ਇੱਕ ਵਾਰੀ ਇਹ ਸੈਟਅਪ ਹੋ ਜਾਏ ਤਾਂ ਫਿਰ ਇੱਕ ਕਲੰਕ ਤਾਂ ਇਹਨਾਂ ਤੋਂ ਲੈ ਜਾਏਗਾ ਨਾ ਕਿ ਵੀ ਇਹ ਬਾਦਲਾਂ ਦਾ ਕਬਜ਼ਾ ਜੀ। ਇਹ ਬਾਦਲ ਆਪਣੇ ਨਿੱਜੀ ਸਵਾਰਥ ਵਾਸਤੇ ਚਲਾਉਂਦੇ ਨੇ ਜਾਂ ਕੁਛ ਕਰਦੇ ਨੇ। ਸਰਕਾਰ ਕੋਈ ਵੀ ਆਵੇ, ਢਾਂਚਾ ਤਾਂ ਫਿਰ ਉਹੀ ਰਹਿਣਾ ਸੀ ਨਾ ਜੀ। ਲੋਕਾਂ ਦੇ ਪੈਸੇ ਉੱਦਾਂ ਵੀ ਤਾਂ ਸਾਰਾ ਪੈਸਾ ਉੱਥੇ ਲੋਕਾਂ ਦਾ ਹੀ ਆ ਜਿਹੜਾ ਨਿੱਜੀ ਸਵਾਰਥਾਂ ਲਈ ਵਰਤਿਆ ਜਾਂਦਾ, ਕਿੱਥੇ ਵਰਤਿਆ ਜਾਂਦਾ। ਕੋਈ ਮਤਲਬ ਆਮ ਲੋਕਾਂ ਨੂੰ ਰਾਹਤ ਨਹੀਂ, ਕੋਈ ਸਾਡਾ ਪ੍ਰਚਾਰ ਉਹੋ ਜਿਹਾ ਨਹੀਂ ਕਿ ਅਸੀਂ ਦੁਨੀਆ ਦੇ ਵਿੱਚ ਆਪਣਾ ਕੋਈ ਕਹਿ ਸਕੀਏ ਕਿ ਸਾਡਾ ਅਰਬਾਂ ਖਰਬਾਂ ਦਾ ਜਿਹੜਾ ਬਜਟ ਆ ਉਹਦੇ ਨਾਲ ਅਸੀਂ ਆਹ ਕਰ ਰਹੇ ਹਾਂ। ਇਸ ਚੀਜ਼ ਨੂੰ ਨਕਾਰਨਾ ਇਹ ਤੋਂ ਵੱਡੀ ਮਾੜੀ ਮਾਨਸਿਕਤਾ ਦੀ ਹੋਰ ਕੋਈ ਨਿਸ਼ਾਨੀ ਨਹੀਂ ਹੋ ਸਕਦੀ। ਇਹ ਗੁਲਾਮੀ, ਮਾਨਸਿਕ ਗੁਲਾਮੀ ਦੀ ਨਿਸ਼ਾਨੀ ਆ ਜਿਹਨੂੰ ਲੋਕ ਸਾਰੇ ਦੇਖ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤਾਂ ਇਹ ਕਹਿੰਦੀ ਹਾਂ ਕਿ ਸਭ ਨੂੰ ਬੇਸ਼ੱਕ ਇੰਡੀਪੈਂਡੈਂਟ ਇੱਕ ਵਾਰੀ ਸਾਡੇ ਇਸ ਦਿਲ ਦੀ, ਸਾਡੇ ਦੀ ਕਹਿ ਲਓ ਕਿ ਸਾਡੇ ਖੂਨ ਦੇ ਕਤਰੇ ਆ ਸਾਡੇ, ਉਹ ਸਾਡੇ ਖੂਨ ਦੇ ਵਿੱਚ ਰਚਿਆ ਹੋਇਆ ਸਾਡਾ ਸ਼੍ਰੀ ਦਰਬਾਰ ਸਾਹਿਬ ਇੱਕ ਵਾਰੀ ਅਸੀਂ ਆਜ਼ਾਦ ਕਰਵਾ ਲਈਏ। ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ, ਆਮ ਲੋਕਾਂ ਨੂੰ ਇਹਦੇ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਆ। ਔਰ ਇੰਡੀਪੈਂਡੈਂਟ ਇਮਾਨਦਾਰ ਆਪਣੇ ਸ਼੍ਰੋਮਣੀ ਕਮੇਟੀ ਜਿਹੜੇ ਮੈਂਬਰ ਆ, ਜਿਹੜੇ ਸੇਵਾ ਕਰਨਾ ਚਾਹੁੰਦੇ ਵਾਕਈ, ਜਿਨ੍ਹਾਂ ਨੂੰ ਰਾਜ ਭਾਗ ਨਹੀਂ ਚਾਹੀਦੇ, ਜਿਹੜੇ ਧਰਮ ਦੇ ਵਾਕਈ ਧਰਮ ਦੀ ਜਿਨ੍ਹਾਂ ਨੂੰ ਕੋਈ ਸਮਝ ਆ ਜਾਂ ਉਹ ਉੱਥੇ ਪਹੁੰਚਣ। ਹੁਣ ਇਹ ਬੜੀ ਕੱਲ੍ਹ ਦੀ ਨਮੋਸ਼ੀ ਆ ਇਸ ਚੀਜ਼ ਦੀ ਕਿ ਧਾਮੀ ਸਾਹਿਬ ਦੇ ਬਿਆਨ ਤੋਂ ਜੀ। ਬੀਬੀ ਜੀ, ਆਪਾਂ ਹੁਣ ਇੰਟਰਵਿਊ ਦੇ ਆਖਰੀ ਸਮੇਂ ਦੇ ਵਿੱਚ ਆ। ਪ੍ਰਬੰਧਕੀ ਤੌਰ 'ਤੇ ਜੇ ਆਪਾਂ ਦੇਖੀਏ ਤਾਂ ਸੁਵਿਧਾ ਸੈਂਟਰ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਬਣੇ ਨੇ ਉਹਨਾਂ ਵਿੱਚ ਮੇਰੇ ਖਿਆਲ ਜੇ ਮੈਂ ਭੁੱਲਦਾ ਨਹੀਂ ਤਾਂ 4 ਤਰ੍ਹਾਂ ਦੇ ਬਣਾਏ ਸੀ, ABCD ਗਰੁੱਪ। ਅਤੇ ਜਿਹਦੇ ਵਿੱਚ ਅਖੀਰ ਦੇ ਵਿੱਚ ਆਣ ਕੇ ਫਿਰ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਉਂਦੀ ਆ ਅਤੇ ਉਹਦੇ ਵਿੱਚ ਮੇਨ ਸ਼ਹਿਰਾਂ ਦੇ ਵਿੱਚ ਹੀ ਸੁਵਿਧਾ ਸੈਂਟਰ ਰਹਿ ਗਏ, ਬਾਕੀ ਜਿਹੜੇ ਪਿੰਡਾਂ ਦੇ ਵਿੱਚ ਬਣੇ ਸੀ ਉਹ ਆਲਮੋਸਟ ਬੰਦ ਹੋ ਗਏ। ਜਿਹਦੇ ਨਾਲ ਕੀ ਹੋਇਆ ਕਿ ਚਾਹੇ ਸੁਵਿਧਾ ਸੈਂਟਰ ਕਿਸੇ ਸ਼ਹਿਰ ਦੇ ਚਲ ਜਾਓ, ਵੱਡੀਆਂ ਲਾਈਨਾਂ ਲੱਗੀਆਂ ਨੇ। ਅਤੇ ਤੁਹਾਡੀ ਸਰਕਾਰ ਵੀ ਇਹ ਕਹਿ ਰਹੀ ਵੀ ਅਸੀਂ ਲੋਕਾਂ ਨੂੰ ਸਹੀ ਨਿਜ਼ਾਮ ਦੇਣਾ ਹੈ। ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਆਸ ਰੱਖ ਸਕਦੇ ਹਾਂ ਕਿ ਸੁਵਿਧਾ ਸੈਂਟਰ ਜਿਹੜੇ ਨੇ ਬੰਦ ਹੋਏ ਨੇ ਉਹਨਾਂ ਵਿੱਚ ਕੁਛ ਗਿਣਤੀ ਹੋਰ ਖੁੱਲ੍ਹ ਸਕਦੀ ਤਾਂ ਕਿ ਜਿਹੜਾ ਇੱਕ ਥਾਂ ਰਸ਼ ਪੈਂਦਾ ਉਹ ਰਸ਼ ਘੱਟ ਜਾਵੇ? ਦੇਖੋ, ਇਸ ਪੱਧਰ ਦੀ ਹਜੇ MLAs ਦੀ ਮੀਟਿੰਗ ਜਿਹੜੀ ਆ ਉਹ CM ਸਾਹਿਬ ਦੇ ਨਾਲ ਹੀ ਨਹੀਂ ਹੋਈ। ਸਾਡੀਆਂ ਮੀਟਿੰਗਸ ਲਈਆਂ ਉਹਨਾਂ ਨੇ ਬਕਾਇਦਾ, ਕਿਉਂਕਿ ਅਸੀਂ ਵੀ ਹਜੇ
ਚੀਜ਼ਾਂ ਇੰਨੀਆਂ ਨੇ, ਇੰਨੀਆਂ ਪ੍ਰੋਬਲਮਸ ਨੇ, ਇੰਨਾ ਕੁਛ ਆ ਕਿ ਇੱਕ ਮੀਟਿੰਗ ਦੇ ਵਿੱਚ ਨਹੀਂ ਹੋ ਸਕਦੇ। ਸਾਨੂੰ ਭਗਵੰਤ ਮਾਨ ਸਮੱਸਿਆਵਾਂ ਦੀ 17 ਸਾਲਾਂ 'ਚ ਪੰਡ ਵੱਜੀ ਪਈ ਆ। ਇਹ ਤੁਹਾਡੀ ਗੱਲ ਜਿਹੜੀ ਆ ਇਹ ਜ਼ਰੂਰ ਅਸੀਂ ਇਹਦੇ ਬਾਰੇ ਕਰਾਂਗੇ ਉੱਪਰ। ਸਾਨੂੰ ਭਗਵੰਤ ਮਾਨ ਸਾਹਿਬ ਨੇ ਸਿਰਫ 10-10 11-11 ਮੈਂਬਰਸ ਨੂੰ ਬੁਲਾ ਕੇ ਉਹਨਾਂ ਨੇ ਮੀਟਿੰਗਸ ਕੀਤੀਆਂ। ਅਸੀਂ 11 ਲੇਡੀਜ਼ ਆਂ ਜਿਹੜੀਆਂ ਜਿੱਤ ਕੇ ਗਈਆਂ ਹੋਈਆਂ, ਉਹਨਾਂ ਦੇ ਨਾਲ ਬਕਾਇਦਾ ਵੱਖਰੀ ਮੀਟਿੰਗ 3-4 ਘੰਟੇ ਸਾਡੇ ਨਾਲ ਉਹਨਾਂ ਨੇ ਸਪੈਂਡ ਕੀਤੇ, ਚਾਹ ਪਾਣੀ ਲੰਚ ਵਗੈਰਾ ਕੀਤਾ, ਬਹੁਤ ਸਾਰੀਆਂ ਚੀਜ਼ਾਂ 'ਤੇ ਡਿਸਕਸ਼ਨ ਕੀਤੀ ਆ। ਔਰ ਇਹ ਮੁੱਦਾ ਜਿਹੜਾ ਆ ਉਹਦੇ ਵਿੱਚ ਹਜੇ ਨਹੀਂ ਵਿਚਾਰਿਆ ਗਿਆ। ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਹੀ ਮੀਟਿੰਗ ਹੋਊਗੀ ਅਸੀਂ ਆਪਣਾ ਇਹ ਮੁੱਦੇ ਨੂੰ ਵੀ ਲੈ ਕੇ ਜਾਵਾਂਗੇ ਜਾਂ ਸੰਬੰਧਿਤ ਵਿਭਾਗ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਆ, ਕਿਉਂਕਿ ਥੋੜਾ ਸਮਾਂ ਵਧਾਇਆ ਉਹਨੇ, ਸੈਟਰਡੇ ਸੰਡੇ ਵੀ ਨਾਲ ਐਡ ਕੀਤਾ। ਪਰ ਬੰਦ ਪਏ ਸੁਵਿਧਾ ਸੈਂਟਰਾਂ ਦਾ ਕੀ ਕਰਨਾ, ਕਿ ਉਹ ਸਾਡੇ ਲਈ ਕਿੰਨਾ ਕੁ ਕਾਰਗਰ ਸਿੱਧ ਹੋਏ ਸੀ, ਉਹਦੀ ਰਿਪੋਰਟ ਉਹਨਾਂ ਦੇ ਕੋਲ ਹੋਏਗੀ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਵੇਂ ਚਲਾਉਣਾ ਜਾਂ ਕਿਵੇਂ ਨਹੀਂ ਚਲਾਉਣਾ, ਇਹ ਸਰਕਾਰ ਹਲਕਾ ਨਕੋਦਰ ਦਾ ਕਾਫੀ ਏਰੀਆ ਜਿਹੜਾ ਬੇਟ ਦਰਿਆ ਦੇ ਨਾਲ ਪੈਂਦਾ ਹੈ, ਤੇ ਪਿੰਡਾਂ ਵਿੱਚ ਸਕੂਲਾਂ ਦੇ ਵਿੱਚ ਕਿੰਨੇ 'ਚ ਇੱਕ ਟੀਚਰ 5-5 ਕਲਾਸਾਂ ਦਾ। ਬੀਬੀ ਇੰਦਰਜੀਤ ਕੌਰ ਮਾਨ ਦਾ ਕੋਈ ਆਉਣ ਵਾਲੇ ਸਮੇਂ 'ਚ ਉਪਰਾਲਾ ਹੋਊਗਾ ਕਿ ਘੱਟੋ ਘੱਟ ਹਲਕਾ ਨਕੋਦਰ ਦੇ ਜਿਹੜੇ ਸਕੂਲ ਨੇ ਉਹ ਟੀਚਰਾਂ ਤੋਂ ਸੱਖਣੇ ਨੇ, ਉੱਥੇ ਟੀਚਰ ਨਵੇਂ ਆਉਣਗੇ? ਦੇਖੋ, ਸਾਰੇ ਪੰਜਾਬ ਦੀ ਸਮੱਸਿਆ ਹੈ ਜੀ, ਕਿਤੇ ਵੱਧ ਕਿਤੇ ਘੱਟ। ਮੈਂ ਕਮ ਸੇ ਕਮ ਆਪਣੇ ਹਲਕੇ ਨੂੰ ਜਿੰਨਾ ਕੁ ਬਹੁਤ ਜ਼ਰੂਰੀ ਆ, ਜਿੱਥੇ ਬਿਲਕੁਲ ਨਹੀਂ ਹੈਗਾ ਉੱਥੇ ਹੋਰ ਲਿਆਉਣ ਦੀ ਕੋਸ਼ਿਸ਼ ਕਰਾਂ। ਸਿਰਫ ਸਕੂਲ ਹੀ ਨਹੀਂ, ਡਿਸਪੈਂਸਰੀਆਂ ਨੇ, ਹਸਪੀਟਲ ਨੇ, ਬੜਾ ਉਥਲ ਪੁਥਲ ਮਚੀ ਪਈ ਆ, ਬੜਾ ਕੁਝ ਕਰਨ ਵਾਲਾ ਪਿਆ। ਔਰ ਮੈਂ ਇਹਦੇ ਤੇ ਡੇਲੀ ਕੰਮ ਕਰ ਰਹੀ ਹਾਂ ਜੀ। ਡੇਲੀ ਮੈਂ ਸਾਰੀਆਂ ਰਿਕੁਆਇਰਮੈਂਟਸ ਲੈ ਰਹੀ ਹਾਂ, ਮੈਂ ਵਿਜ਼ਿਟ ਵੀ ਕਰ ਰਹੀ ਹਾਂ ਹਸਪੀਟਲ, ਮੈਂ ਸਕੂਲ ਵੀ ਵਿਜ਼ਿਟ ਕਰ ਰਹੀ ਹਾਂ, ਜਿੱਥੇ ਕੁਝ ਨਹੀਂ ਗਾ ਉਹ ਵੀ ਵਿਜ਼ਿਟ ਕਰ ਰਹੀ ਹਾਂ, ਜਿੱਥੇ ਕੁਝ ਹੈਗਾ ਉਹ ਵੀ ਵਿਜ਼ਿਟ ਕਰ ਰਹੇ ਹਾਂ। ਨਾਲ ਦੀ ਨਾਲ ਇਹ ਸਾਰੀਆਂ ਚੀਜ਼ਾਂ ਮੈਂ ਪਹੁੰਚਾ ਰਹੀ ਹਾਂ। ਭਗਵੰਤ ਮਾਨ ਸਾਹਿਬ ਨੇ ਸਾਨੂੰ ਇੱਕ ਨੰਬਰ ਜਾਰੀ ਕੀਤਾ ਹੋਇਆ, WhatsApp ਨੰਬਰ, ਜਿਹਦੇ ਉੱਤੇ ਡੇਲੀ ਦੇ ਜਿਹੜੇ ਸਾਡੇ ਮੈਮੋਰੰਡਮ ਆਉਂਦੇ ਆ, ਉਹ ਨਾਲ ਦੀ ਨਾਲ ਉਹਨਾਂ ਨੇ ਉਹਨਾਂ ਤੱਕ ਪਹੁੰਚਾਉਣ ਦਾ ਸਾਨੂੰ ਹਦਾਇਤਾਂ ਨੇ ਕਿ ਡੇਲੀ ਮੈਮੋਰੰਡਮ ਪਹੁੰਚਾਓ, ਡੇਲੀ ਸ਼ਿਕਾਇਤਾਂ ਪਹੁੰਚਾਓ। ਕੁਛ ਵੀ ਆ, ਅਸੀਂ ਸਿੱਧਾ ਕਨੈਕਟ ਆ CM ਸਾਹਿਬ ਦੇ ਆਫਿਸ ਦੇ ਨਾਲ। ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੰਨੀਆਂ ਸਾਡੀਆਂ ਜ਼ਰੂਰਤਾਂ, ਇੱਕ ਪਰਿਵਾਰ ਆ ਮੇਰਾ ਸਾਰਾ ਹਲਕਾ, ਤੇ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮੈਨੂੰ ਜਿੱਥੇ ਤੱਕ ਵੀ ਹੱਥ ਪੈਰ ਮਾਰਨੇ ਪੈਣਗੇ ਆਪਾਂ ਮਾਰਾਂਗੇ ਜੀ। ਜੇ ਕੁਝ ਸਕੂਲ ਇੱਦਾਂ ਦੇ ਨਹੀਂ ਤੁਹਾਡੇ ਹਲਕੇ ਵੀ, ਅਕਸਰ ਬਾਕੀ ਹੋਰ ਵੀ ਹੈਗੇ ਨੇ ਵੀ, ਜਿੱਥੇ NRI ਹੋ ਗਏ ਜਾਂ ਹੋਰ ਪਿੰਡ ਦੀਆਂ ਸੰਸਥਾਵਾਂ ਨੇ, ਭਾਈਚਾਰੇ ਨੇ ਜੁੜ ਕੇ ਪ੍ਰਾਈਵੇਟ ਟੀਚਰ ਜਿਹੜੇ ਆਪਣੇ ਕੋਲੋਂ ਤਨਖਾਹਾਂ ਦੇ ਕੇ ਲੋਕਾਂ ਨੇ ਸਕੂਲਾਂ ਵਿੱਚ ਪ੍ਰੋਵਾਈਡ ਕਰਾਏ ਹੋਏ ਨੇ, ਖਾਸ ਕਰਕੇ ਵੀ ਬੱਚੀਆਂ ਜਾਂ ਬੱਚੇ ਸਾਡੇ ਬਿਰਵੇ ਨਾ ਰਹਿ ਜਾਣ। ਉਹਨਾਂ ਸੰਸਥਾਵਾਂ ਨੂੰ ਕੋਈ ਸ਼ਾਬਾਸ਼ੀ ਦੇਣ ਲਈ ਜਾਂ ਉਹਨਾਂ ਨੂੰ ਕੋਈ ਇਸ ਗੱਲ ਲਈ ਕਿ ਉਹਨਾਂ ਦੀ ਸਿਫਤ ਕੀਤੀ ਜਾਵੇ, ਇਸ ਗੱਲ ਲਈ ਕੋਈ ਪ੍ਰੋਗਰਾਮ ਲੀਕ ਰਹੇ ਤੁਸੀਂ? ਬਿਲਕੁਲ। ਮੈਂ ਜਦੋਂ ਸਕੂਲਾਂ ਦੇ ਵਿੱਚ ਜਿਹੜੇ ਕਿਸੇ ਸਕੂਲ ਦੇ ਵਿੱਚ ਪਹੁੰਚਦੀ, ਜਿੱਥੇ ਕੋਈ ਤੇ NRIs ਦਾ ਯੋਗਦਾਨ ਆ, ਔਰ ਮੈਂ ਬਕਾਇਦਾ ਉਹਨਾਂ ਨੂੰ ਖਾਸ ਕਰਕੇ ਸਟਾਫ ਨੂੰ ਸ਼ਾਬਾਸ਼ੀ ਦੇ ਕੇ ਆਉਂਦੇ ਹਾਂ। ਔਰ ਫਿਰ ਉਸ ਪਿੰਡ ਦੇ ਵਿੱਚ NRIs ਜੇ ਕੋਈ ਆਏ ਹੋਏ ਨੇ ਤਾਂ ਉਹਨਾਂ ਨਾਲ ਮਿਲਦੇ ਹਾਂ, ਉਹਨਾਂ ਨੂੰ ਸਪੋਰਟ ਵਾਸਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿੱਦਾਂ NRIs ਦਾ ਸਹਿਯੋਗ ਜਿੱਦਾਂ ਹੋਇਆ ਹੈ ਪਿੰਡਾਂ ਦੇ ਵਿੱਚ ਸਾਹਮਣੇ, ਇਕੱਲਾ NRIs ਨਹੀਂ, ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ, NGOs ਜਿਹੜੀਆਂ ਸਪੋਰਟ ਕਰਦੀਆਂ ਪਿੰਡਾਂ ਦੇ ਵਿੱਚ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰ ਰਹੇ ਹਾਂ। ਨਾਲ ਦੀ ਨਾਲ ਉਹਨਾਂ ਨੂੰ ਹੋਰ ਉਤਸ਼ਾਹ ਦੇਵਾਂਗੇ ਤਾਂ ਕਿ ਦੁੱਗਣੇ ਚੌਗਣੇ ਹੋ ਕੇ ਉਹ ਆਪਣਾ ਕੰਮ ਕਰਨ ਜੀ। ਆਪਾਂ ਮੀਟਿੰਗ ਨੂੰ ਇਸ ਨੂੰ ਸਮੇਟਦੇ ਹੋਏ, ਹਲਕਾ ਨਕੋਦਰ ਦੇ ਜਿਨ੍ਹਾਂ ਲੋਕਾਂ ਨੇ ਤੁਹਾਡਾ ਸਾਥ ਦਿੱਤਾ, ਜਿਹਨੇ ਨਹੀਂ ਵੀ ਦਿੱਤਾ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੇਰਾ ਆਪਣੇ ਸਾਰੇ ਹਲਕੇ ਵਾਸਤੇ ਬਸ ਇਹੀ ਸੰਦੇਸ਼ ਆ ਕਿ ਸਰਕਾਰ ਬਣ ਗਈ, 42% ਵੋਟ ਸਰਕਾਰ ਨੂੰ ਪੈ ਗਈ। ਸਾਡਾ ਏਜੰਡਾ ਜਿਹੜਾ ਆ ਉਹ ਸਿਰਫ 42% ਨਹੀਂ ਹੈਗਾ। ਪੰਜਾਬ ਦਾ ਇਤਿਹਾਸ ਜਿਹੜਾ ਉਹ ਬਦਲਿਆ ਗਿਆ। ਬਹੁਤ ਵੱਡੀ ਫਤਵਾ ਦੇ ਕੇ ਤੁਸੀਂ ਸਰਕਾਰ ਬਣਾ ਲਈ, ਪਰ ਅਸੀਂ ਯੁੱਗ ਬਦਲਣਾ, ਯੁੱਗ ਜਿਹੜਾ 42% ਨਾਲ ਨਹੀਂ ਬਦਲਣਾ, ਸਾਨੂੰ ਹੋਰ 42% ਨਾਲ ਜੋੜਨਾ। ਉਹ ਕਿੱਦਾਂ ਜੁੜੂਗਾ ਕਿ ਅਸੀਂ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਔਰ ਤੁਸੀਂ ਬੇਝਿਜਕ ਹੋ ਕੇ, ਨਿਧੜਕ ਹੋ ਕੇ ਆਪਣੇ ਕੰਮਕਾਰ ਲੈ ਕੇ ਆਓ। ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਉਹ ਵੀ ਸਰਕਾਰ ਦੇ ਕੰਮਾਂ ਕਾਰਾਂ ਦੇ ਉਨੇ ਹੀ ਹੱਕਦਾਰ ਨੇ। ਕੋਈ ਰੰਜਿਸ਼ ਨਹੀਂ ਹੋਏਗੀ, ਕੋਈ ਪਾਰਟੀਬਾਜ਼ੀ ਨਹੀਂ ਹੋਏਗੀ। ਮੈਂ ਆਮ ਆਦਮੀ ਪਾਰਟੀ ਨੂੰ ਇੱਕ ਪੋਲੀਟੀਕਲ ਪਾਰਟੀ ਦੀ ਬਜਾਏ ਮੈਂ ਇੱਕ NGO ਮੰਨ ਕੇ ਚੱਲਦੀ ਹਾਂ ਕਿ ਇਹ ਸਾਰਿਆਂ ਦੀ ਸਾਂਝੀ ਆ ਔਰ ਸਾਰਿਆਂ ਵਾਸਤੇ ਕੰਮ ਕਰਨ ਵਾਸਤੇ ਤਿਆਰ ਆ। ਸਾਡੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਸਾਨੂੰ ਇਹੀ ਹਦਾਇਤਾਂ ਕੀਤੀਆਂ ਕਿ ਕੋਈ ਪਾਰਟੀਬਾਜ਼ੀ ਨਹੀਂ ਕਰਨੀ, ਸਭ ਨਾਲ ਇੱਕੋ ਜਿਹਾ ਵਰਤਾਓ ਕਰਨਾ। ਕੇਜਰੀਵਾਲ ਸਾਹਿਬ ਦੀ ਇਹੀ ਸੋਚ ਆ ਕਿ ਅਸੀਂ ਆਪਣਾ ਦਾਇਰਾ ਜਿਹੜਾ ਆ ਉਹ ਪਿਆਰ ਸਤਿਕਾਰ ਦੇ ਨਾਲ, ਕੰਮਾਂ ਕਾਰਾਂ ਦੇ ਨਾਲ ਦਿਨ ਰਾਤ ਤੁਹਾਡੀ ਸੇਵਾ 'ਚ ਹਾਜ਼ਰ ਰਹਿ ਕੇ ਵਧਾਉਣਾ। ਸਾਰੇ ਗਿਲੇ ਸ਼ਿਕਵੇ ਸਭ ਕੁਝ ਭੁਲਾ ਕੇ ਪੰਜਾਬ ਦੇ ਭਲੇ ਵਾਸਤੇ ਇਕਮੁੱਠ ਹੋ ਜਾਓ। ਮੇਰਾ ਤੁਹਾਨੂੰ ਇਹੀ ਸੰਦੇਸ਼ ਹੈ ਜੀ। ਧੰਨਵਾਦ ਜੀ। ਬੀਬੀ ਇੰਦਰ ਕੌਰ ਮਾਨ ਜੀ, ਸਾਨੂੰ ਸਮਾਂ ਦਿੱਤਾ, ਧੰਨਵਾਦ ਤੁਹਾਡਾ ਜੀ। ਬਹੁਤ ਸ਼ੁਕਰੀਆ ਜੀ।
ਇਹ ਸਨ ਬੀਬੀ ਇੰਦਰਜੀਤ ਕੌਰ ਮਾਨ, ਹਲਕਾ ਵਿਧਾਇਕਾ ਨਕੋਦਰ ਤੋਂ, ਜਿਨ੍ਹਾਂ ਦੀ ਸਿਫਤ ਇਸ ਗੱਲੋਂ ਮੰਨੀ ਜਾਂਦੀ ਆ ਕਿ ਜਿਸ ਵਰਕਰ ਦੇ ਨਾਲ ਵੀ ਮਿਲਦੇ ਨੇ ਉਹ ਵਰਕਰ ਦੇ ਨਾਲ ਬਿਲਕੁਲ ਉਹ ਆਪਣਾਪਨ ਮਹਿਸੂਸ ਕਰਦੇ ਨੇ, ਤੇ ਨਕੋਦਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸੀਟ ਕੱਢ ਜਾਣਾ ਇਹ ਵੀ ਬਹੁਤ ਵੱਡੀ ਗੱਲ ਸੀ। ਜਿੱਤੇ ਨੇ, ਲੋਕਾਂ ਦੀਆਂ ਵੱਡੀਆਂ ਆਸਾਂ ਨੇ। ਜਿੱਥੇ ਤੱਕ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਪਿੰਡਾਂ ਦਾ ਵਿਕਾਸ ਕੀਤਾ ਜਾਊਗਾ ਉੱਥੇ ਖਾਸ ਕਰਕੇ ਜਿਹੜਾ ਪ੍ਰਵਾਸੀ ਭਾਈਚਾਰਾ, NRI ਭਾਈਚਾਰਾ, ਉਹਨਾਂ ਨੂੰ ਵੀ ਨਾਲ ਲੈ ਕੇ ਉਹਨਾਂ ਦੀਆਂ ਕਮੇਟੀਆਂ, ਸਬ ਕਮੇਟੀਆਂ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੀ ਜਿੱਥੇ ਗੱਲ ਚੱਲੇਗੀ ਤੇ ਉੱਥੇ ਵਿਕਾਸ ਦੀ ਜਿਹੜੀ ਆ ਉਹ ਗੱਲ ਵੀ NRI ਨੂੰ ਨਾਲ ਲੈ ਕੇ ਕੀਤੀ ਜਾਵੇਗੀ। ਇਹ ਸਨ ਵਿਚਾਰ ਬੀਬੀ ਇੰਦਰਜੀਤ ਕੌਰ ਮਾਨ ਦੇ। ਤੁਹਾਨੂੰ ਇਹ ਸਾਡੀ ਇੰਟਰਵਿਊ ਕਿੱਦਾਂ ਦੀ ਲੱਗੀ, ਆਪਣਾ ਕਮੈਂਟ ਜ਼ਰੂਰ ਦਿਓ। ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਕੈਮਰਾਮੈਨ ਵੀਨੂ ਦੇ ਨਾਲ ਗੁਰਨਾਮ ਸਿੰਘ ਬਿਲਗਾ, ਨਕੋਦਰ ਤੋਂ।